ਸੁਪਨੇ ਉਹ ਨਹੀਂ ਹੁੰਦੇ ਜਿਹੜੇ ਆਉਂਦੇ ਰਾਤਾਂ ਨੂੰ, ਸੁਪਨੇ ਤਾਂ ਉਹ ਹੁੰਦੇ ਜਿਹੜੇ ਸੌਣ ਹੀ ਨਹੀਂ ਦਿੰਦੇ। ਇਹ ਸਾਡੇ ਇੱਕ ਰਿਸ਼ਤੇ ਬਣ ਗਏ ਜੋ ਕਿ ਸਾਡੇ ਸ਼ਾਇਦ ਇੱਕ ਦੂਜੇ ਤੋਂ, ਇਹ ਦੁਨੀਆ ਤੋਂ ਜਾਣ ਤੱਕ ਕਾਇਮ ਰਹਿਣਗੇ। ਮੇਰਾ ਦਿਲ ਕਹਿੰਦਾ ਇਹ ਗੱਲ ਸੋਚ ਕੇ, ਕਈ ਮੇਰੀਆਂ ਅੱਖਾਂ ਭਰੇ ਹੁੰਦੀਆਂ ਵੀ ਜਿੱਦੇ ਅਸੀਂ ਅੱਡੋ ਅੱਡ ਹੋਵਾਂਗੇ ਵੀ ਸਾਡਾ ਬੜਾ ਪਿਆਰਾ ਹੈ। ਮੈਨੂੰ ਇਹ ਲੱਗਦਾ ਵੀ ਅਸੀਂ ਜਾਂ ਤਾਂ ਮਰਦੇ ਆ ਤਾਂ ਜਿੱਤਦੇ ਆ, ਤੇ ਅਸੀਂ ਹਾਰ ਕੇ ਨਹੀਂ ਜਾਂਦੇ। ਸਾਡੀ ਕੌਮ ਦੇ ਵਿੱਚ ਇੱਕ ਜਜ਼ਬਾ ਹੈ। ਕਲਯੁੱਗ ਦਾ ਜਿਹੜਾ ਦੌਰ ਹੈ ਨਾ ਜੀ, ਇੱਥੇ ਸ਼ਰੀਫ ਬੰਦਿਆਂ ਨੂੰ ਮੂਰਖ ਸਮਝਿਆ ਜਾਂਦਾ। ਸ਼ਰੀਫ ਹੋਣਾ ਅੱਜ ਦੇ ਯੁੱਗ 'ਚ ਗੁਨਾਹ ਹੋ ਗਿਆ। ਪਰ ਮੈਂ ਚਾਹੂੰਗਾ ਵੀ ਬੰਦੇ ਨੂੰ ਜਿਵੇਂ ਬਿੱਛੂ ਆ ਜਿਹੜਾ ਆਪਦਾ ਡੰਗ ਮਾਰਨਾ ਨਹੀਂ ਛੱਡਦਾ, ਤੇ ਜਿਹੜਾ ਚੰਗਾ ਬੰਦਾ ਉਹਨੂੰ ਆਪਦੀ ਚੰਗਿਆਈ ਨਹੀਂ ਛੱਡਣੀ ਚਾਹੀਦੀ। ਚਾਹੇ ਹੋ ਸਕਦਾ ਔਕੜ ਆਉਣ, ਦੁੱਖ ਤਕਲੀਫਾਂ ਆਉਣ, ਆਪਦਾ ਨਿਯਮ ਤੇ ਮਰਜ਼ਾਦਾ ਬਣਾ ਕੇ ਰੱਖਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਜਸ ਗਰੇਵਾਲ। ਕਿਸਾਨੀ ਸੰਘਰਸ਼ ਦੀਆਂ ਬੜੀਆਂ ਤਸਵੀਰਾਂ ਤੁਸੀਂ ਦੇਖੀਆਂ ਹੋਣਗੀਆਂ, ਪਰ ਜੋ ਤਸਵੀਰ ਹੁਣ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀ ਹੈ, ਇਹ ਮੈਂ ਕਹੂੰਗਾ ਕਿ ਸਭ ਤੋਂ ਸੁੰਦਰ ਤਸਵੀਰ ਆ, ਸਭ ਤੋਂ ਸੋਹਣੀ ਤਸਵੀਰ ਆ। ਜਦੋਂ ਅਸੀਂ ਦਿੱਲੀ ਦੇ ਵਿੱਚ ਆਏ ਸੀ ਤੇ ਅਸੀਂ ਸੁਣਿਆ ਸੀ ਕਿ ਜੇ ਸਰਕਾਰ ਨਹੀਂ ਮੰਨਦੀ ਤਾਂ ਅਸੀਂ ਇੱਥੇ ਪੈਦਾਵਾਰ ਸ਼ੁਰੂ ਕਰ ਦਾਂਗੇ। ਤੇ ਸਾਡਾ ਇਤਿਹਾਸ ਵੀ ਰਿਹਾ ਆ ਬੰਜਰ ਜ਼ਮੀਨਾਂ ਨੂੰ ਉਪਜਾਊ ਕਰਨ ਦਾ। ਸਾਡੇ ਦਾਦਿਆਂ ਨੇ, ਸਾਡੇ ਪੜਦਾਦਿਆਂ ਨੇ ਇਹ ਚੀਜ਼ਾਂ ਕੀਤੀਆਂ ਨੇ। ਜਿਸ ਜ਼ਮੀਨ ਤੇ ਅੱਜ ਅਸੀਂ ਖੜੇ ਹਾਂ, ਜਿਸ ਬਗੀਚੀ ਨੂੰ ਤੁਸੀਂ ਦੇਖ ਰਹੇ ਹੋ, ਇਹ ਮਹੀਨਾ ਪਹਿਲਾਂ ਬਗੀਚੀ ਨਹੀਂ ਸੀ। ਇਸ ਤੋਂ ਮਹੀਨਾ ਪਹਿਲਾਂ ਇੱਥੇ ਵੇਸਟ ਸਿੱਟਿਆ ਜਾਂਦਾ ਸੀ, ਵੇਸਟ ਮਟੀਰੀਅਲ ਸਿੱਟਿਆ ਜਾਂਦਾ ਸੀ। ਡਿਸਪੋਜ਼ਲ ਦੇ ਗਲਾਸ ਹੋ ਗਏ, ਡਿਸਪੋਜ਼ਲ ਦੀਆਂ ਪਲੇਟਾਂ, ਉਹ ਸਿੱਟੀਆਂ ਜਾਂਦੀਆਂ ਸੀ। ਪਰ ਫਿਰ ਇਹ ਇੱਦਾਂ ਦੀ ਬਗੀਚੀ ਕਿਵੇਂ ਬਣੀ? ਇਹ ਬਗੀਚੀ ਬਣਨ ਦਾ ਕਾਰਨ ਕੀ ਸੀ? ਬਗੀਚੀ ਦੇ ਜਨਮਦਾਤਾ ਅੱਜ ਮੇਰੇ ਨਾਲ ਨੇ। ਇਹਨਾਂ ਦੇ ਨਾਲ ਗੱਲਬਾਤ ਕਰਾਂਗੇ, ਪੂਰੀ ਬਗੀਚੀ ਬਾਰੇ ਗੱਲਬਾਤ ਕਰਾਂਗੇ ਕਿ ਇਹੋ ਜਿਹੀ ਸੋਚ ਕੀ ਆਈ ਕਿ ਪਿੰਡੋਂ ਚੱਲ ਕੇ ਆਏ ਸੀ ਕਿਸਾਨੀ ਸੰਘਰਸ਼ ਦੇ ਲਈ, ਪਰ ਇੱਥੇ ਆ ਕੇ ਇੱਕ ਬਗੀਚੀ ਤਿਆਰ ਕਰਤੀ। ਤੇ ਅੱਜ ਜਿਹੜਾ ਵੀ ਇੱਥੋਂ ਦੀ ਲੰਘਦਾ ਆ ਤਾਂ ਦੇਖ ਕੇ ਜ਼ਰੂਰ ਲੰਘਦਾ। ਜਦੋਂ ਅਸੀਂ ਲੰਘੇ ਸੀ ਸਾਨੂੰ ਇਦਾਂ ਲੱਗਿਆ ਕਿ ਜਿਵੇਂ ਕਿਤੇ ਦਿੱਲੀ ਦੇ ਵਿੱਚ ਨਰਸਰੀ ਹੁੰਦੀ ਆ, ਪਰ ਬਾਅਦ ਦੇ ਵਿੱਚ ਪਤਾ ਲੱਗਾ ਕਿ ਬਾਈ ਜੀ ਹੋਰਾਂ ਨੇ ਇੱਥੇ ਆ ਕੇ ਇਸ ਬਗੀਚੀ ਨੂੰ ਜਨਮ ਦਿੱਤਾ ਆ। ਬਾਈ ਜੀ ਮੇਰੇ ਨਾਲ ਹੋਣਗੇ, ਬਿੱਟੂ ਸਰਪੰਚ। ਬਾਈ ਜੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ। ਬਾਈ ਜੀ ਦੀ ਪੂਰੀ ਟੀਮ ਆ ਕਿ ਇਹ ਕਿਹੜੇ ਪਿੰਡਾਂ ਦੇ ਉਦਮ ਦੇ ਨਾਲ ਇਹ ਚੀਜ਼ ਜਿਹੜੀ ਆ ਪੋਸੀਬਲ ਹੋ ਪਈ ਆ। ਸਭ ਤੋਂ ਪਹਿਲਾਂ ਬਾਈ ਜੀ ਹੋਰਾਂ ਦਾ ਸਵਾਗਤ ਕਰਦੇ ਹਾਂ। ਬਾਈ ਜੀ ਸਤਿ ਸ਼੍ਰੀ ਅਕਾਲ। ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਇਸ ਦਿੱਲੀ ਮੋਰਚੇ ਤੇ ਆਪਦਾ ਜਿਹੜਾ ਲੋਕਾਂ ਤੱਕ, ਜਿਹੜਾ ਸਧਾਰਨ ਲੋਕ ਕੰਮ ਕਰਨ ਵਾਲੇ, ਉਹ ਲੋਕਾਂ ਤੱਕ ਪਹੁੰਚਾਉਣਾ ਹੈ ਜੀ। ਸਾਰਾ ਤੁਹਾਡਾ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ, ਆਰਐਮਬੀ ਟੈਲੀਵਿਜ਼ਨ ਟੀਮ ਵੱਲੋਂ, ਤੇ ਇੱਥੇ ਜਿੰਨੇ ਲੱਖਾਂ ਕਰੋੜਾਂ ਲੋਕ ਇੱਥੇ ਪਹੁੰਚੇ ਹੋਏ ਆ, ਬਾਈ ਜੀ ਸਭ ਤੋਂ ਪਹਿਲਾਂ ਤੁਸੀਂ ਸਲਾਮ ਦੇ ਹੱਕਦਾਰ ਹੋ, ਸਲੂਟ ਦੇ ਹੱਕਦਾਰ ਹੋ। ਕਿਉਂਕਿ ਜੇਕਰ ਬਗੀਚੀ ਦੇ ਪਰਲੇ ਪਾਸੇ ਦੇਖੀਏ ਜਾਂ ਉਰਲੇ ਪਾਸੇ ਦੇਖੀਏ ਤਾਂ ਇਹਨੂੰ ਦੇਖ ਕੇ ਕੋਈ ਕਹਿ ਨਹੀਂ ਸਕਦਾ ਕਿ ਇੱਥੇ ਅਸੀਂ ਇੱਕ ਬਗੀਚੀ ਤਿਆਰ ਕਰ ਸਕਦੇ ਆ, ਪਰ ਤੁਸੀਂ ਇੱਥੇ ਕਿਸਾਨ ਹਵੇਲੀ ਤਿਆਰ ਕੀਤੀ ਆ। ਇਹ ਸੋਚ ਕਿਵੇਂ ਮਨ ਦੇ ਵਿੱਚ ਆਉਂਦੀ ਆ? ਕਿਉਂਕਿ ਅਸਲ ਤੁਸੀਂ ਸਰਪੰਚ ਹੋ, ਸਰਪੰਚ ਤੇ ਤਾਂ ਇਹ ਇਲਜ਼ਾਮ ਲੱਗਦੇ ਆ ਕਿ ਯਾਰ ਇਹ ਤਾਂ ਸਾਡੀਆਂ ਗਲੀਆਂ ਨਾਲੀਆਂ ਖਾ ਗਿਆ, ਸਾਡੀਆਂ ਨਾਲੀਆਂ ਨਹੀਂ ਬਣਾਈਆਂ, ਸਾਡੀਆਂ ਗਲੀਆਂ ਨਹੀਂ ਬਣਾਈਆਂ। ਤੁਸੀਂ ਬਗਾਨੇ ਸ਼ਹਿਰ ਦੇ ਵਿੱਚ ਆ ਗਏ, ਉੱਥੇ ਆ ਕੇ ਇੱਕ ਬਗੀਚੀ ਤਿਆਰ ਕਰਤੀ। ਇਹ ਸੋਚ ਕਿਵੇਂ ਆਈ? ਅਸਲ ਵਿੱਚ ਵੀਰ ਇਹ ਗੱਲਾਂ ਨਾ ਜਿਹੜੀਆਂ, ਸਰਪੰਚ ਬਣਨਾ ਵੀ ਮੇਰਾ ਇਹ ਸੀਗਾ ਵੀ ਮੇਰੇ ਸੇਵਾ, ਮੇਰੇ ਸੁਭਾਅ ਸੀਗਾ, ਮੇਰਾ ਸੇਵਾ ਕਰਨਾ ਇੱਕ ਸੁਭਾਅ ਸੀਗਾ ਜੀ। ਤੇ ਇੱਥੇ ਜਦੋਂ ਅਸੀਂ ਆਏ, ਸਾਡੇ ਨਾਲ ਸਰਦਾਰ ਨਿਰਭੈ ਸਿੰਘ ਜੀ, ਸਾਡੇ ਕਿਸਾਨ ਯੂਨੀਅਨ ਦੇ ਇਕਾਈ ਦੇ ਪ੍ਰਧਾਨ ਹੈ, ਇਹ ਸਭ ਤੋਂ ਪਹਿਲਾਂ ਆ ਗਏ ਸੀ ਇੱਥੇ। ਤੇ ਅਸੀਂ ਇੱਥੇ ਆ ਕੇ ਲੰਗਰ ਸ਼ੁਰੂ ਕੀਤਾ ਸੰਤ ਬਾਬਾ ਗੁਲਾਬ ਸਿੰਘ ਜੀ ਦਾ। ਸਾਡੇ ਆਨੰਦ ਭਵਨ ਗੁਰਦੁਆਰਾ ਜੀ, ਸਾਡੇ ਨਗਰ ਤੇ ਪਿੰਡ ਘੋਲੀਆ ਖੁਰ ਤੇ ਉਹਨਾਂ ਦੀ ਬੜੀ ਜਿਹੜੀ ਰਹਿਮਤ ਆ, ਜਿਹਦੇ ਨਾਲ ਅਸੀਂ ਜਦੋਂ ਵੀ ਕੋਈ ਕੰਮ ਸ਼ੁਰੂ ਕਰਦੇ ਹਾਂ ਤਾਂ ਤਕਰੀਬਨ ਸੰਤ ਬਾਬਾ ਗੁਲਾਬ ਸਿੰਘ ਜੀ ਦੇ ਗੁਰਦੁਆਰੇ ਤੋਂ ਅਸੀਂ ਜਿਹੜੀ ਆ ਅਰਦਾਸ ਬੇਨਤੀ ਕਰਕੇ ਸ਼ੁਰੂ ਕਰਦੇ ਹਾਂ। ਤੇ ਉਹ ਲੰਗਰ ਵੀ ਅਸੀਂ ਇਸੇ ਉਹਨਾਂ ਦੇ ਆਸ਼ੀਰਵਾਦ ਨਾਲ ਇੱਥੇ ਸ਼ੁਰੂ ਕੀਤਾ ਟਿਕਰੀ ਬਾਰਡਰ ਤੇ, ਵੀ ਅਸੀਂ ਇਸ ਵੱਡੇ ਮੋਰਚੇ 'ਚ ਆਪਦੇ ਨਗਰ ਘੋਲੀਆ ਖੁਰਦ ਵੱਲੋਂ ਕੋਈ ਹਿੱਸਾ ਪਾ ਸਕੀਏ ਜੀ। ਜਦੋਂ ਪਹਿਲੇ ਦਿਨ ਇੱਦਾਂ ਦੀ ਜ਼ਮੀਨ ਦੇਖੀ ਸੀ, ਇੱਦਾਂ ਦਾ ਕੁਝ ਦੇਖਿਆ ਸੀ, ਇੱਥੇ ਡਿਸਪੋਜ਼ਲ ਸੀ, ਸਾਨੂੰ ਬਾਈ ਜੀ ਹੋਰੇ ਦਿਖਾ ਰਹੇ ਸੀ, ਤਸਵੀਰਾਂ ਵੀਡੀਓ ਦਿਖਾ ਰਹੇ ਸੀ, ਤਾਂ ਕੋਈ ਸੋਚ ਵੀ ਨਹੀਂ ਸਕਦਾ ਉਦੋਂ ਕਿਵੇਂ ਸੋਚ ਲਈ ਕਿ ਯਾਰ ਇਹ ਚੀਜ਼ ਪੋਸੀਬਲ ਆ, ਅਸੀਂ ਇਹ ਚੀਜ਼ ਕਰ ਸਕਦੇ ਹਾਂ। ਵਾਕਿਆ ਦੇ ਵਿੱਚ ਹੀ ਇੱਥੇ ਇਹਦੀ ਤਸਵੀਰ ਮਹੀਨੇ ਵਿੱਚ, 15 ਦਿਨਾਂ ਦੇ ਵਿੱਚ ਬਦਲ ਜਾਣੀ ਆ। ਹਾਂਜੀ, ਅਸਲ ਵਿੱਚ ਜਿਹੜੀ ਗੱਲ ਤੁਸੀਂ ਕਹਿੰਦੇ ਆ ਜੀ, ਜੋ ਵੀ ਕੁਝ ਬਣਦਾ ਜੀ, ਅਸਲ ਵਿੱਚ ਉਹ ਤੁਹਾਡੇ ਪਹਿਲਾਂ ਅੰਦਰ ਬਣਦਾ ਜੀ। ਪਹਿਲਾਂ ਉਹਦੀ ਤਸਵੀਰ ਜੋ ਵੀ ਅੱਜ ਇਹ ਬਣਿਆ ਵਾ ਜੀ, ਹਜੇ ਇਹਦੇ 'ਚ ਕੁਛ ਆਉਣ ਵਾਲੇ ਦਿਨਾਂ 'ਚ ਹੋਰ ਵੀ ਤੁਸੀਂ ਚੇਂਜ ਦੇਖੋਗੇ। ਉਹ ਸਾਰਾ ਕੁਝ ਅੰਦਰ ਬਣਿਆ ਵਾ ਜੀ।
ਤੇ ਉਹ ਹੌਲੀ ਹੌਲੀ ਜਿਹੜੀ ਕੋਈ ਵੀ ਚੀਜ਼ ਜਿਹੜੀ ਬਣਦੀ ਹੈ ਨਾ ਕਿਸੇ ਕਲਾਕਾਰ ਕੋਲੇ ਜਾਂ ਕੋਈ ਵੀ ਬੰਦਾ ਜਿਹੜਾ ਉਹ ਸਭ ਕੁਝ ਉਹਦੇ ਪਹਿਲਾਂ ਅੰਦਰ ਬਣਦਾ ਜੀ, ਉਦੋਂ ਬਾਅਦ ਉਹ ਸਾਹਮਣੇ ਆਉਂਦਾ। ਤੇ ਆਪਣਾ ਜਿਹੜਾ ਇੱਥੇ ਅਸੀਂ ਜਿੱਦਾਂ ਸ਼ੁਰੂ ਕਰਨ ਲੱਗੇ ਆ, ਇਹ ਮਹੀਨਾ ਪਹਿਲਾਂ ਜਿਹੜੀ ਬਾਰਿਸ਼ ਜ਼ਿਆਦਾ ਮੀਂਹ ਆਇਆ ਸੀਗਾ ਜੀ, ਉਹਨੇ ਸਾਨੂੰ ਉਥਲ ਪੁਥਲ ਆਈ ਉਹਨਾਂ ਦਿਨਾਂ ਦੇ ਵਿੱਚ। ਇੱਥੇ ਪਹਿਲਾਂ ਵੀ ਬਹੁਤ ਰਸ਼ ਹੁੰਦਾ ਸੀ, ਆ ਸਾਰਾ ਇੱਥੇ ਭਰਿਆ ਵਾ ਹੁੰਦਾ ਸੀ ਤੇ ਗੰਦਗੀ ਬਹੁਤ ਸੀਗੀ ਇੱਥੇ ਜੀ, ਤੇ ਵਿੱਚ ਦੀ ਟ੍ਰੈਫਿਕ ਵੀ ਲੰਘਦਾ, ਗਰਾਹਾਂ ਦੀ ਸਟੇਜ ਇੱਥੇ ਨੇੜੇ ਹੀ ਹੁੰਦੀ ਸੀ ਉਦੋਂ ਜੀ ਪਹਿਲੀਆਂ 'ਚ। ਤੇ ਅਸੀਂ ਇੱਕ ਦਿਨ JCB ਨਾਲ ਰਾਤ ਨੂੰ ਅਸੀਂ ਇਹਨੂੰ ਕਿਤੇ ਵੀ ਸਾਫ਼ ਜੇ ਤਾਂ ਕਰਾਈਏ ਨਾ ਥੋੜ੍ਹਾ ਜਿਹਾ। ਇੱਕ ਤਾਂ ਲੰਗਰ ਦੇ ਸਾਹਮਣੇ ਇੱਕ ਵੱਡੀ ਪ੍ਰੋਬਲਮ ਸੀ ਵੀ ਲੋਕ ਇੱਥੇ ਰਹਿੰਦੇ ਸੀ ਤਾਂ ਬਾਥਰੂਮ ਜਾਣਾ ਜਾਂ ਹੋਰ ਇੱਥੇ ਗੰਦਗੀ ਫੈਲਦੀ ਸੀਗੀ, ਤੇ ਸਾਨੂੰ ਲੰਗਰ ਕਰਕੇ ਇਹ ਲੱਗਦਾ ਸੀ ਵੀ ਸਾਡੇ ਲੰਗਰ ਦੇ ਸਾਹਮਣੇ ਸਫਾਈ ਹੋਣੀ। ਜਿੱਥਾ ਤੁਹਾਡਾ ਆਲਾ ਦੁਆਲਾ ਹੈ, ਸਭ ਤੋਂ ਪਹਿਲਾਂ ਤੁਹਾਨੂੰ ਆਪਣਾ ਘਰ ਸਾਫ਼ ਕਰਨਾ, ਜਿਹੜਾ ਵੀ ਜੇ ਅਸੀਂ ਆਪ ਦਾ ਆਲਾ ਦੁਆਲਾ ਨਹੀਂ ਸਾਫ਼ ਕਰਦੇ ਅਸੀਂ ਲੋਕਾਂ ਨੂੰ ਮੈਸੇਜ ਕੀ ਦੇ ਸਕਦੇ ਸੀ। ਕਿਉਂਕਿ ਸਾਡੇ ਗੁਰੂ ਸਾਹਿਬ ਨੇ ਤਾਂ ਪਵਨ ਪਾਣੀ ਦੀ ਗੱਲ ਕੀਤੀ ਹੈ ਜੀ, ਵੀ ਸ਼ੁੱਧ ਰੱਖੋ ਜੀ, ਮਾਤਾ ਤਰਤ ਮਤ, ਵੀ ਇਹ ਤਿੰਨੇ ਚੀਜ਼ਾਂ ਨੂੰ ਗੁਰੂ ਸਾਹਿਬ ਨੇ ਤਰਜੀਹ ਦਿੱਤੀ ਹੈ ਜੀ। ਤੇ ਉਹ ਅਸੀਂ ਇੱਥੋਂ ਜਿੱਦਣ ਸ਼ੁਰੂ ਕੀਤਾ, ਚਲੋ JCB ਨੇ ਮੀਂਹ ਪੈ ਗਿਆ ਜੀ, ਮੀਂਹ ਪੈਣ ਤੋਂ ਬਾਅਦ ਫਿਰ ਬ੍ਰੇਕ ਆ ਗਈ ਇਹਦੇ 'ਚ ਜੀ। ਫਿਰ ਜਦੋਂ ਮੀਂਹ ਪੈਣ ਕਾਰਨ ਸਾਰੀਆਂ ਟਰਾਲੀਆਂ ਜਿਹੜੀਆਂ ਬਾਹਰ ਨਿਕਲ ਗਈਆਂ ਜੀ, ਇੱਥੋਂ ਜਗ੍ਹਾ ਬਣ ਗਈ ਜੀ। ਫਿਰ ਇੱਕ ਦਿਨ ਅਸੀਂ ਫਿਰ ਦੁਬਾਰਾ ਕਈਆਂ ਚੱਕੀਆਂ ਤੇ ਇਹਨੂੰ ਸ਼ੁਰੂ ਕੀਤਾ, ਦਰਖਤ ਸਾਂਗਣੇ ਸ਼ੁਰੂ ਕੀਤੇ ਵੀ ਆਪਾਂ ਯਾਰ ਥੱਲੇ ਮੂਹਰੇ ਡਿਸਪੋਜ਼ਲ ਬਹੁਤ ਢੇਰ ਲੱਗੇ ਪਏ ਸੀ, ਅੱਗ ਉੱਗ ਲਾਈ। ਨਾਲ ਮੇਰਾ ਮਿੱਤਰ ਗੁਰਸੰਤ ਮੁਕਤਸਰ ਤੋਂ ਮੁੰਡਾ ਜੀ, ਤੇ ਅਸੀਂ ਕਿਉਂਕਿ ਇੱਕ ਮੱਤ ਤੁਹਾਡੀ ਮਿੱਤਰਾਂ ਨਾਲ ਮਿਲਣੀ ਚਾਹੀਦੀ। ਜਦੋਂ ਤੁਸੀਂ ਕਾਰਜ ਸ਼ੁਰੂ ਕਰਦੇ ਆ ਤੇ ਤੁਹਾਡੇ ਹਮ ਖਿਆਲੀ ਹਮ ਸੋਚ ਵਾਲੇ ਮੁੰਡੇ, ਤੇ ਜਿੱਦੇ ਅਸੀਂ ਲੰਗਰ ਵੀ ਲਾਇਆ, ਮੇਰੇ ਨਾਲ ਮੁੰਡਾ ਹਰਦੀਪ ਹੈ, ਹਰਪ੍ਰੀਤ ਹੈ, ਪ੍ਰਧਾਨ ਜੀ ਹੁਣੀ ਹੈ ਤੇ ਹਰਮਨ ਹੈ, ਤਾਂ ਆਪਣਾ ਅਸੀਂ ਜਾਣੀ ਹਮ ਖਿਆਲੀ ਸੀ, ਉੱਦਾਂ ਹੀ ਪਰਨ ਕਰ ਲਿਆ ਸੀ ਵੀ ਇੱਕ ਜਿਹੜੀ ਜਿੱਤ ਜਦੋਂ ਆਪਾਂ ਤੁਰਦੇ ਹਾਂ ਜੀ, ਤੇ ਮੈਨੂੰ ਇਹ ਲੱਗਦਾ ਵੀ ਅਸੀਂ ਜਾਂ ਤਾਂ ਮਰਦੇ ਹਾਂ ਤਾਂ ਜਿੱਤਦੇ ਹਾਂ, ਤੇ ਅਸੀਂ ਹਰ ਕੇ ਨਹੀਂ ਜਾਂਦੇ। ਸਾਡੀ ਕੌਮ ਦੇ ਵਿੱਚ ਇੱਕ ਜਜ਼ਬਾ ਜੀ ਵੀ ਅਸੀਂ ਰਸਤੇ 'ਚੋਂ ਅਸੀਂ ਮੁੜਦੇ ਨਹੀਂ, ਤੇ ਇਹੀ ਕਰਕੇ ਅਸੀਂ ਜਿਹੜੇ ਇੱਥੇ ਆਪਦੇ ਆਪ ਨੂੰ ਵਧਾ ਰਹੇ ਹਾਂ ਵੀ ਕੱਲ੍ਹ ਨੂੰ ਮੋਦੀ ਸਰਕਾਰ ਨੂੰ ਇਹ ਲੱਗ ਜੇ ਵੀ ਯਾਰ ਇਹਨਾਂ ਤੇ ਜਾਣ ਦਾ ਮੂਡ ਹੀ ਹੈ ਨਹੀਂ, ਵੀ ਤੂੰ ਜਿੰਨਾ ਮਰਜ਼ੀ ਮਨ ਬਣਾ ਲਾ ਆਪਦਾ ਵੀ ਅਸੀਂ ਐਂ ਨਹੀਂ ਮੰਨਣਾ, ਨਾ ਮੰਨੂ ਨਾ ਕੀ ਫਰਕ ਪੈਂਦਾ। ਅਸੀਂ ਬੈਠੇ ਆਪਦੇ ਸਧਾਰਨ ਸਾਧਨ ਵਧੀਆ ਵਧਾ ਰਹੇ ਹਾਂ। ਤੇ ਜਾਣੀ ਜਿਹੜੀ ਸਫਾਈ ਦਾ ਫਿਰ ਅਸੀਂ ਸ਼ੁਰੂ ਕਰ ਲਿਆ, ਮੈਂ ਗੱਲ ਦੂਜੇ ਪਾਸੇ ਜਾਵੜੀ, ਅਸੀਂ ਸਫਾਈ ਸ਼ੁਰੂ ਕੀਤੀ। ਫਿਰ ਵੀ ਕੁਝ ਵਿੱਚੋਂ ਇਹ ਵੀ ਗੱਲਾਂ ਹੋ ਜਾਂਦੀਆਂ ਵੀ ਯਾਰ ਕਿਉਂ, ਜਿਵੇਂ ਮੈਨੂੰ ਪਿੰਡ ਵੀ ਕਹਿੰਦੇ ਸਰਪੰਚਾ ਤੂੰ ਐਵੇਂ ਪੁੱਠੇ ਪੰਗੇ ਜੇ ਵਿੱਢ ਲੈਣਾ, ਪਰ ਜਦੋਂ ਪੰਗੇ ਵਿੱਢਣੇ ਆ ਜੀ ਉਦੋਂ ਬਾਅਦ ਮੂਰਤ ਤੋਂ ਪਹਿਲਾਂ ਤੁਹਾਡੇ ਮਨ 'ਚ ਬਣੀ ਪਈ ਹੁੰਦੀ। ਇਹ ਮੂਰਤ ਬਣੀ ਸੀ ਪਹਿਲਾਂ, ਇਹ ਅਸੀਂ ਸਾਫ਼ ਹੀ ਕੀਤਾ। ਉਹ ਤੁਸੀਂ ਪੌੜੀਆਂ ਦਿਖਾਈਆਂ ਹੋਣੀਆਂ, ਇਹ ਪਹਿਲਾਂ ਪਲੇਨ ਕੀਤਾ ਸੀਗਾ ਜੀ। ਫਿਰ ਇੱਕ ਦਿਨ ਮਨ ਬਣਿਆ ਵੀ ਯਾਰ ਐ ਪਲੇਨ ਜਿਹਦੇ ਵਿੱਚ ਘਾਹ ਫੂਸ ਜਾਂ ਪੱਤਲਾਂ ਲਿਫਾਫੇ ਲਫੂਫੇ ਦਿੰਦੇ ਸੀਗੇ। ਫਿਰ ਅਸੀਂ ਇੱਕ ਮੁੰਡੇ ਨੂੰ ਮੈਂ ਕਿਹਾ ਯਾਰ ਆਪਾਂ ਇਹਨੂੰ ਕਰੀਏ ਵੀ ਆਪਾਂ ਐਂ ਬਣਾਉਣਾ। ਉਹ ਮੈਨੂੰ ਕਹਿੰਦਾ ਕੀ ਬਣਾਉਣਾ, ਮੈਂ ਕਿਹਾ ਵੀ ਤੂੰ ਐਂ ਬਣਾਈ ਚੱਲ ਤੇ ਕੋਈ ਨਾ ਆਪੇ ਸਾਰਾ ਕੁਛ ਆਪੇ ਹੀ ਬਣ ਜਾਣਾ ਹੌਲੀ ਹੌਲੀ। ਫਿਰ ਅਸੀਂ ਫਿਰ ਇੱਧਰਲੀ ਸਾਈਡ ਨੂੰ ਇਹਨੂੰ ਅਸੀਂ ਦੇਖਿਆ ਵੀ ਇਹਨੂੰ ਕਿਸ ਤਰੀਕੇ ਨਾਲ ਅਸੀਂ ਵਰਤ ਸਕਦੇ, ਦਰਖਤਾਂ 'ਚ ਸੀਗੀ। ਫਿਰ ਉਹ ਇੱਥੇ ਭਰਾਵਾਂ ਨੇ ਆਈਡੀਆ ਦਿੱਤਾ ਵੀ ਇਹਨੂੰ ਆਪਾਂ ਕਿਸਾਨ ਹਵੇਲੀ ਬਣਾਈਏ ਜੀ। ਫਿਰ ਐਂ ਸ਼ੁਰੂਆਤ ਹੋਈ ਜੀ। ਅੱਛਾ, ਜਿਹੜਾ ਕਿਸਾਨ ਹਵੇਲੀ ਨਾਮ ਆ ਇਹ ਕਿਵੇਂ ਸੁਜੈਸਟ ਹੋਇਆ ਕਿ ਕਿਸਾਨ ਹਵੇਲੀ ਹੀ ਰੱਖਿਆ ਜਾਵੇ? ਕਿਉਂ ਹਵੇਲੀ ਦਾ ਰੂਪ ਧਾਰਨ ਕਰ ਚੁੱਕੀ ਆ, ਕਿਸਾਨਾਂ ਦੇ ਪੁੱਤਾਂ ਨੇ, ਕਿਸਾਨਾਂ ਦੇ ਪੋਤਿਆਂ ਨੇ ਇਹ ਬਣਾਈ ਆ। ਇਹ ਚੀਜ਼ਾਂ ਇਹ ਨਾਮ ਆ ਜਿਹੜੇ ਜੀ ਹਵੇਲੀ ਸ਼ਬਦ ਹੈ, ਇਹ ਸਾਡੇ ਪੁਰਖਿਆਂ ਤੋਂ ਆਇਆ ਵਾ ਸ਼ਬਦ ਹੈ। ਤੇ ਆਪਦੇ ਪੁਰਖਿਆਂ ਨੂੰ ਤੁਸੀਂ ਹੁਣ ਕੋਠੀਆਂ ਜਾਂ ਮਹਿਲ ਬੰਗਲੇ ਤਾਂ ਕਹਿਣ ਲੱਗ ਗਏ, ਪਰ ਅਸੀਂ ਚਾਹੁੰਦੇ ਹਾਂ ਵੀ ਅਸੀਂ ਆਪਦੀ ਇਹ ਕਿਸਾਨੀ ਵੀ ਜਾਂ ਖੇਤੀ ਸਾਨੂੰ ਸਾਡੇ ਪੁਰਖਿਆਂ ਨੇ ਦਿੱਤੀ ਹੈ, ਤੇ ਜਿਹੜਾ ਹਵੇਲੀ ਸ਼ਬਦ ਹੈ ਇਹ ਵੀ ਪੁਰਖਿਆਂ ਦਾ ਸ਼ਬਦ ਹੈ, ਤੇ ਅਸੀਂ ਆਪਦੇ ਪੁਰਖਿਆਂ ਨੂੰ ਯਾਦ ਕਰਦੇ ਹਾਂ ਤਾਂ ਇਹਦਾ ਨਾਂ ਜਿਹੜਾ ਹਵੇਲੀ ਰੱਖਿਆ ਗਿਆ। ਅੱਛਾ, ਜਦੋਂ ਹੁਣ ਇਹ ਚੀਜ਼ ਜਿਹੜੀ ਤੁਸੀਂ ਸੋਚੀ ਸੀ ਕਦੇ ਫੁਰਨਾ ਫੁਰਿਆ ਸੀ, ਅੱਜ ਇਹਨੂੰ ਉਹ ਤਸਵੀਰ ਹੁੰਦੀ ਦੇਖਦੇ ਹੋ ਕਿ ਵਾਕਿਆ ਦੇ ਵਿੱਚ ਉਹ ਚੀਜ਼ ਬਣ ਰਹੀ ਆ, ਤਾਂ ਉਦੋਂ ਕਿੱਦਾਂ ਦਾ ਲੱਗਦਾ, ਕੀ ਮਹਿਸੂਸ ਹੁੰਦਾ? ਬਾਈ ਜੀ ਜਿਹੜੇ ਸੁਪਨੇ ਇੱਕ ਮੇਰਾ ਵੀਰ ਆ ਲਿਖਦਾ, ਸੁਪਨੇ ਉਹ ਨਹੀਂ ਹੁੰਦੇ ਜਿਹੜੇ ਆਉਂਦੇ ਰਾਤਾਂ ਨੂੰ, ਸੁਪਨੇ ਤਾਂ ਉਹ ਹੁੰਦੇ ਜਿਹੜੇ ਸੌਣ ਹੀ ਨਹੀਂ ਦਿੰਦੇ। ਤੇ ਅਸੀਂ ਸਾਰੇ ਮਿਹਨਤੀ ਮੁੰਡੇ ਸਾਡੇ ਨਾਲ ਦੇ ਪਿੰਡ ਜਿੰਨੇ ਵੀ ਇੱਥੇ ਸਹਿਯੋਗੀ ਆ, ਸਾਡੇ ਮੁਕਤਸਰ ਤੋਂ ਆ ਜਾਂ ਫਿਰੋਜ਼ਪੁਰ ਤੋਂ ਆ, ਸਾਡੇ ਭੁੱਖਿਆਂ ਵਾਲੀ ਪਿੰਡ ਤੋਂ ਵੀਰ ਹੋਣੀ ਆ ਸਾਰੇ, ਤੇ ਆਨੰਦਗੜ੍ਹ ਤੋਂ ਹੈਗੇ ਆ ਸਾਰੇ ਵੀਰਾਂ ਨੇ ਨਾ ਜੀ। ਜਦੋਂ ਅਸੀਂ ਜਿਹੜਾ ਸੁਪਨਾ ਆਪਾਂ ਸਜਾਇਆ ਸੀ ਉਹਦੇ 'ਚ ਆਪਦਾ ਅਹਿਮ ਰੋਲ ਅਦਾ ਕੀਤਾ। ਜਿਵੇਂ ਵੀ ਮੰਨ ਲਓ ਇੱਕ ਇਹ ਹੁੰਦਾ ਨਾ ਵੀ ਤੁਸੀਂ ਕੋਈ ਤੁਹਾਡਾ ਖਿਆਲ, ਮੇਰਾ ਖਾਬ ਹੈ ਵੀ ਐਂ ਬਣਨਾ, ਜੇ ਉਹ ਤੁਹਾਡੇ ਕੋਲ ਟੀਮ ਹੀ ਹੈ ਨਹੀਂ ਮੂਹਰੇ ਕੋਈ ਜੀ,
ਉਹ ਕਦੇ ਨਹੀਂ ਪੋਸੀਬਲ ਹੋ ਸਕਦਾ। ਅੱਛਾ, ਕਦੇ ਤਾਂ ਪਿੰਡ ਵਾਲੇ ਕਹਿੰਦੇ ਵੀ ਸਰਪੰਚ ਆ ਤੂੰ ਇਹ ਕਿਹੜੇ ਪੁੱਠੇ ਕੰਮ ਕਰਨ ਲੱਗ ਗਿਆ, ਫਿਰ ਹੁਣ ਪਿੰਡ ਵਾਲੇ ਕੀ ਕਹਿੰਦੇ ਆ ਸਰਪੰਚ ਨੂੰ? ਹਜੇ ਪਿੰਡ ਵਾਲਿਆਂ ਕੋਲੇ ਮੈਨੂੰ ਨਹੀਂ ਲੱਗਦਾ ਵੀ ਹਜੇ ਮੈਂ ਹਜੇ ਤੱਕ ਵੀ ਇਹਨੂੰ ਅਪਡੇਟ ਨਹੀਂ ਕੀਤਾ ਗਿਆ ਜੀ। ਮੈਂ ਚਾਹੁੰਦਾ ਸੀ ਵੀ ਇੱਕ ਗੱਲ ਹੋਰ ਵੀ ਮੈਂ ਚਾਹੁੰਦਾ ਵੀ ਜਿਹੜੀ ਆਪ ਦੀ ਸਿਫਤ ਆਪ ਕਰਨੀ ਹੈ ਠੀਕ ਨਹੀਂ ਹੁੰਦੀ ਜੀ। ਮੈਂ ਅੱਜ ਇੱਕ ਵੀਰ ਖੜਾ, ਮੈਂ ਉਹਨੂੰ ਪੁੱਛਦਾ ਸੀ, ਮੈਂ ਕਿਹਾ ਯਾਰ ਵਾਕਈ ਸੋਹਣੀ ਬਣੀ ਵੀ ਆ ਇਹ, ਵੀ ਕਿਤੇ ਮੈਨੂੰ ਤਾਂ ਨਹੀਂ, ਆਪਾਂ ਨੂੰ ਐਵੇਂ ਤਾਂ ਨਹੀਂ ਕੋਈ ਕਹੀ ਜਾਂਦਾ ਵੀ ਵਾਕਈ ਸੋਹਣਾ ਲੱਗਦਾ ਇਹ। ਉਹ ਕਹਿੰਦਾ ਯਾਰ ਵਾਕਈ, ਕਹਿੰਦਾ ਵੀ ਅਸੀਂ ਘੁੰਮ ਕੇ ਆਏ, ਮੈਂ ਕਿਤੇ ਸੰਗੂ ਤੱਕ ਮੈਂ ਗਿਆ ਨਹੀਂ ਗਾ ਜੀ। ਅਸੀਂ ਟਿਕਰੀ ਬਾਰਡਰ ਤੇ ਇੱਕ ਦਿਨ ਗਏ ਆ, ਉਸ ਤੋਂ ਬਾਅਦ ਲੰਗਰ ਲਾਇਆ ਤੇ ਉੱਥੇ ਹੀ ਲੰਗਰ ਤੇ ਆਪਦੀ ਜਿਹੜੀ ਜੌਬ ਹੈ ਉਹੀ ਕਰੀ ਜਾਂਦੇ ਆ, ਤੇ ਜਾਂ ਜੋ ਵੀ ਇੱਥੇ ਸੇਵਾ ਚੱਲਦੀ ਆ। ਤੇ ਮੈਂ ਸਾਰਿਆਂ ਨੂੰ ਪੁੱਛਦਾ ਹੁੰਦਾ ਵੀ ਕੀ ਦੇਖ ਕੇ ਆਉਂਦੇ ਤੁਹਾਨੂੰ ਸੋਹਣਾ ਕੀ ਲੱਗਦਾ? ਉਹ ਕਹਿੰਦੇ ਵੀ ਆਪਾਂ ਵੀ ਆ ਸੋਹਣਾ ਬਣ ਗਿਆ ਆਪਣੇ ਵਾਲਾ ਜੀ। ਅੱਛਾ, ਇੱਕ ਗੱਲ ਮੈਨੂੰ ਹੋਰ ਪਤਾ ਲੱਗੀ, ਕਹਿੰਦੇ ਤੁਸੀਂ ਪਿੰਡ ਹੀ ਨਹੀਂ ਗਏ ਜਦੋਂ ਦੇ ਆਏ ਹੋ। ਬਾਜੀ ਤੁਹਾਨੂੰ ਮੈਂ ਅੱਗੇ ਗੱਲ ਦੱਸ ਕੇ ਹਟਿਆ ਵੀ ਜਿੱਤੇ ਬਿਨਾ ਜਾਣਾ ਵਾਪਸ ਚੰਗਾ ਨਹੀਂ ਲੱਗਦਾ ਜੀ। ਦਿਲ 'ਚ ਮੰਨ ਲਓ ਖਾਬ ਸੀਗਾ ਵੀ ਯਾਰ ਮੈਂ ਜਿੱਦੇ ਤੁਰਿਆ ਸੀ, ਮਨ ਦੇ ਵਿੱਚ ਪਰਨ ਸੀ ਤੇ ਵੀ ਜਿੱਤੇ ਬਿਨਾ ਨਹੀਂ ਜਾਣਾ। ਹੁਣ ਕਿਤੇ ਇਹ ਤਾਂ ਨਹੀਂ ਖਾਬ ਸਜਾਈ ਬੈਠੇ ਪਿੰਡ ਦੀ ਸਰਪੰਚੀ ਲੈ ਲਈ, ਇੱਥੋਂ ਦੀ ਸਰਪੰਚੀ ਲੈਣੀ ਆ? ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇਹ ਜੋ ਕੁਛ ਹੁੰਦਾ ਜੀ, ਇਹ ਵਾਹਿਗੁਰੂ ਦੀ ਰਜ਼ਾ ਨਾਲ ਹੀ ਹੁੰਦਾ ਜੀ। ਇਹ ਬੰਦੇ ਦੀ ਜੋ ਕੁਛ ਇੱਥੇ ਹੋ ਰਿਹਾ ਨਾ ਜੀ, ਵਾਪਰ ਰਿਹਾ, ਖਾਸ ਕਰਕੇ ਇਸ ਕਿਸਾਨ ਅੰਦੋਲਨ ਦੇ ਵਿੱਚ, ਇਹ ਖੁਦ ਭਗਵਾਨ ਆਪਣਾ ਕਾਰਜ ਕਰ ਰਹੇ, ਵਾਹਿਗੁਰੂ ਜੀ ਕਰ ਰਹੇ ਆ ਜੀ। ਇੱਥੇ ਕੋਈ ਬੰਦਾ ਜਾਣੀ ਜੇ ਕਹੀਏ ਤੁਸੀਂ ਇੰਨਾ ਇਕੱਠ, ਇਹ ਕਿਆਸੇ ਰਾਈਆਂ ਤੋਂ ਬਾਅਦ ਦਾ ਇਕੱਠ ਹੈ ਜੀ। ਪਿਛਲੇ ਲੰਬੇ ਸਮੇਂ ਤੋਂ ਅੰਬੇ ਪਏ ਸੀ ਲੋਕ ਵੀ, ਲੀਡਰੀ ਤੋਂ ਜਾਂ ਅਫਸਰਸ਼ਾਹੀ ਤੋਂ ਜਿਵੇਂ ਵੀ ਅੰਬੇ ਪਏ ਸੀ, ਤੇ ਇੱਥੇ ਆ ਕੇ ਲੋਕਾਂ ਦਾ ਇੱਕ ਗੁਬਾਰ ਨਿਕਲਿਆ ਵੀ ਯਾਰ ਅਸੀਂ ਸਕੂਨ ਮਹਿਸੂਸ ਕਰਦੇ ਹਾਂ ਵੀ ਯਾਰ ਅਸੀਂ ਆਪਦੇ ਹੋਂਦ ਲਈ ਲੜ ਰਹੇ ਹਾਂ। ਤੇ ਇਹਦੇ ਨਾਲ ਹੀ ਜਾਣੀ ਜੇ ਆਪਾਂ ਇੱਥੋਂ ਜਿੱਤੇ ਬਿਨਾ ਜਾਂਦੇ ਆ ਤਾਂ ਮੈਂ ਪਿੰਡ, ਮੈਨੂੰ ਲੱਗਦਾ ਵੀ ਪਿੰਡ ਜਾ ਕੇ ਕੀ ਕਵਾਂਗੇ ਯਾਰ ਵੀ ਗਏ ਤਾਂ ਸੀਗੇ ਆਈ ਮੁੜੇ ਤੁਸੀਂ ਯਾਰ। ਪਰ ਮੈਂ ਜਾਣੀ ਇਸ ਗੱਲ ਨੂੰ ਫਿਰ ਲੰਗਰ ਦਾ ਬਹੁਤ ਵੱਡਾ ਕਾਰਜ ਹੋ ਗਿਆ ਜੀ, ਕਿਉਂਕਿ ਤਕਰੀਬਨ ਹੀ ਮੈਨੂੰ ਲੱਗਦਾ ਵੀ 4-5 ਹਜ਼ਾਰ ਬੰਦਾ ਛਕ ਲੈਂਦਾ ਪ੍ਰਸ਼ਾਦਾ ਜੀ ਸੁਬਾਹ ਸ਼ਾਮ। ਰਾਤ ਵੀ ਮੈਨੂੰ ਪਤਾ ਵੀ ਰਾਤ ਨੂੰ ਇਹ ਮੁੰਡਾ ਹਾਜ਼ਰ ਹੁੰਦਾ ਜੀ, ਤੇ ਰਾਤ ਨੂੰ ਨਾ ਜੀ ਤਕਰੀਬਨ ਰਾਤ ਨੂੰ 2-3 ਵਜੇ ਵੀ ਲੋਕ ਆ ਕੇ ਲੰਗਰ ਜਦੋਂ ਪੜ੍ਹਦੇ ਆ ਨਾ ਜੀ, ਫਿਰ ਉਹਨਾਂ ਨੂੰ ਆਸ ਹੁੰਦੀ ਵੀ ਇੱਥੋਂ ਕੁਝ ਮਿਲ ਜੂ, ਫਿਰ ਉਹ ਆ ਕੇ ਪ੍ਰਸ਼ਾਦਾ ਮੰਗਦੇ ਆ। ਤਾਂ ਕਈ ਵਾਰੀ ਪ੍ਰਸ਼ਾਦੇ ਰਾਤ ਨੂੰ ਵੀ ਬਣਾ ਕੇ ਦੇ ਦਈਦੇ ਵੀ ਯਾਰ ਆਸ ਕਰਕੇ ਕੋਈ ਆਇਆ, ਤੇ ਇਹ ਨਾ ਹੋਵੇ ਵੀ ਆਪਾਂ ਉਹਦੇ ਦਿਲ ਨੂੰ ਠੇਸ ਜਾਵੇ ਵੀ ਯਾਰ ਇਹ ਤਾਂ ਸੁੱਤੇ ਪਏ ਆ ਲੰਗਰ ਲਾ ਕੇ ਵੀ। ਤੇ ਫਿਰ ਹੁਣ ਕਿਤੇ ਪਿੰਡ ਵਾਲੇ ਇਹ ਤਾਂ ਨਹੀਂ ਕਹਿੰਦੇ ਵੀ ਸਰਪੰਚੀ ਘੋਲੀਏ ਦੀ ਲੈ ਲਈ ਤੇ ਵਿਕਾਸ ਤੂੰ ਦਿੱਲੀ ਦਾ ਕਰੀ ਜਾਂਦਾ? ਇਹ ਗੱਲ ਹੈਗੀ ਹੈ ਜੀ, ਸਿਰ ਖੜੇ ਦਾ ਖਾਲਸਾ ਜੀ। ਵਾਹਿਗੁਰੂ ਮਿਹਰ ਕਰੇ ਪਿੰਡ ਘੋਲੀਆ ਖੁਰਦ 'ਚ ਵੀ ਸਾਰਾ ਕੁਝ ਕਿ ਤੁਸੀਂ ਸਮਾਂ ਬਣੂਗਾ, ਤੁਸੀਂ ਵਿਜ਼ਿਟ ਕਰਿਓ ਘੋਲੀਆ ਖੁਰਦ ਜੀ। ਤੇ ਇਹ ਤਾਂ ਆਪਾਂ ਤਾਂ ਦੱਸਣਾ ਚਾਹੁੰਦੇ ਆ ਵੀ ਜੇ ਤੁਸੀਂ ਜਿੱਥੇ ਵੀ ਜਾਓਗੇ ਉੱਥੇ ਪਿੰਡ ਵਸਾ ਲਓਗੇ ਜੀ। ਇਹ ਪਿੰਡ ਘੋਲੀਆ ਵਸਾਉਣ ਦੀ ਕੋਸ਼ਿਸ਼ ਕੀਤੀ ਹੈ, ਇਹ ਸਾਰੇ ਅੱਡੋ ਅੱਡ ਪਿੰਡਾਂ ਦੇ ਲੋਕ ਹੈ, ਪਰ ਅੱਜ ਇੱਕ ਪਿੰਡ ਘੋਲੀਆ ਦੇ ਬਣ ਕੇ ਬਹਿ ਗਏ ਜੀ। ਜੇ ਵੇਖੋ ਮੈਨੂੰ ਚੰਗਾ ਲੱਗਦਾ ਵੀ ਮੇਰੇ ਇੰਨੇ ਵਧੀਆ ਮਿੱਤਰ ਬਣੇ ਇੱਥੇ, ਬੜਾ ਕੁਝ ਦਿੱਤਾ ਇਸ ਅੰਦੋਲਨ ਨੇ, ਬਹੁਤ ਕੁਝ ਮੈਨੂੰ ਹੱਲਾ ਸ਼ੇਰੀਆਂ ਆਸ਼ੀਰਵਾਦ ਦਿੱਤਾ ਜੀ। ਤੇ ਸਾਡੇ ਜਿਹੜੇ ਵੀਰ ਮੈਨੂੰ ਮੈਂ ਸਪੈਸ਼ਲ ਮਿਲਾਉਂਗਾ ਜੀ, ਮੇਰਾ ਵੀਰ ਗੁਰਸੰਤ ਹੈ, ਉਹਦਾ ਬਹੁਤ ਉਹਦਾ ਸਾਥ ਰਿਹਾ ਮੇਰੇ ਨਾਲ। ਤਕਰੀਬਨ ਜਦੋਂ ਵੀ ਮੈਂ ਉਹਨੂੰ ਕਹਿਣਾ ਵੀ ਆਪਾਂ ਆਹ ਕਰਨਾ ਤਾਂ ਉਹਨੇ ਮੂਹਰੇ ਲੱਗ ਕੇ ਤੁਰ ਪੈਣਾ ਜੀ। ਆ ਜੋ ਆਪਾਂ ਤੁਰੇ ਜਾਂਦੇ ਆਪਾਂ ਮਿਲ ਵੀ ਲੈਂਦੇ ਹਾਂ। ਤੇ ਹੋਰ ਜਾਣੀ ਪਿੰਡ ਵਾਲਿਆਂ ਨੂੰ ਜਿਹੜੀ ਗੱਲ ਆ ਵੀ ਪਿੰਡ ਵਾਲਿਆਂ ਨੇ ਮੇਰੇ ਤੇ ਵੋਟਾਂ ਪਾ ਕੇ ਕਰਜ਼ ਚੜਾਇਆ। ਜਿਹੜਾ ਸਰਪੰਚ ਬਣ ਜਾਣਾ ਜੀ ਇਹ ਕੋਈ ਮਾਇਨੇ ਨਹੀਂ ਰੱਖਦੀ ਗੱਲ। ਸਰਪੰਚ ਬਣ ਕੇ ਸਰਪੰਚ ਵਾਲੇ ਕਾਰਜ ਕਰਨੇ ਉਹ ਮਾਇਨੇ ਰੱਖਦੇ ਆ। ਮੈਂ ਇਹ ਜਿਹੜਾ ਅੱਜ ਕਾਰਜ ਕਰ ਰਿਹਾ ਇਹ ਮੈਂ ਕਰਜ਼ ਲਾ ਰਿਹਾ ਆਪਦੇ ਤੇ, ਜਿਹੜਾ ਪਿੰਡ ਵਾਲਿਆਂ ਨੇ ਚੜਾਇਆ। ਕਿਉਂਕਿ ਮੇਰੇ ਪਿੰਡ ਵਾਲੇ ਜਦੋਂ ਕੋਈ ਸਰਪੰਚ ਹੁੰਦਾ ਜਾਂ ਕੋਈ ਲੀਡਰ ਹੁੰਦਾ ਜੀ, ਉਹ ਮੁਖੀਆ ਹੁੰਦਾ ਜੀ, ਤੇ ਮੁਖੀਏ ਨੂੰ ਹੀ ਭਾਰ ਚੱਕਣਾ ਚਾਹੀਦਾ ਅਸਲ ਵਿੱਚ। ਜੇ ਹੁਣ ਮੰਨ ਲਓ ਮੈਂ ਕਹਾਂ ਵੀ ਇੱਥੇ ਹੋਰ ਕੋਈ ਕਾਰਜ ਕਰੇ ਉਹ ਠੀਕ ਨਹੀਂ, ਤੇ ਮੈਂ ਆਪਦਾ ਜਿਹੜਾ ਫਰਜ਼ ਜਿੰਨਾ ਕੁ ਮੇਰੇ 'ਚ ਸ਼ਕਤੀ ਵਾਹਿਗੁਰੂ ਜੀ ਦੀ ਦਿੱਤੀ ਆ, ਮੈਂ ਆਪਦਾ ਫਰਜ਼ ਨਿਭਾ ਰਿਹਾ ਜੀ। ਅੱਛਾ, ਇੱਥੇ ਮੈਂ ਇੱਕ ਮੁੰਡੇ ਦੇ ਨਾਲ ਹੋਰ ਮੁਲਾਕਾਤ ਕਰਵਾਉਂਗਾ ਜਿਹਨੇ ਆਪਦੇ ਕੰਚ ਕੁੰਚ ਮਰਵਾ ਲਿਆ। ਇਹ ਸਾਫ਼ ਸਫਾਈ ਕਰਦੇ ਨੇ, ਭੁੱਖਿਆਂ ਵਾਲੀ ਪਿੰਡ ਦਾ ਮੁੰਡਾ ਗਗਨ ਬਾਈ, ਕਿਵੇਂ ਫੁਰਨਾ ਫੁਰਿਆ? ਫੁਰਨਾ ਦਾ ਜੀ ਅਸੀਂ ਤਾਂ ਦੇਖੋ ਨਾ ਹੀ ਤਾਂ ਕਿਸੇ ਯੂਨੀਅਨ ਨਾਲ ਜੁੜੇ ਸੀ ਨਾ, ਅਸੀਂ ਆਏ ਇੱਥੇ ਮੋਰਚੇ ਤੇ ਪਹੁੰਚੇ ਮੰਨ ਲਓ ਹੈ ਨਾ, ਅਸੀਂ ਆ ਕੇ ਦੇਖਿਆ ਵੀ ਕਿਵੇਂ ਚੱਲ ਰਿਹਾ। ਪਹਿਲੇ ਦਿਨ ਤਾਂ ਅਸੀਂ ਘਰ 'ਚ ਹੀ ਸੌਂ ਗਏ ਆ ਕੇ ਵੀ ਪਏ ਆ, ਫਿਰ ਪਤਾ ਕਰਿਆ ਵੀ ਪਿੰਡ ਪੁੰਡ ਵਾਲੇ ਕਿੱਥੇ ਰੁਕੇ ਆ, ਕਹਿੰਦੇ ਵੀ ਪੈਨੇ ਨੰਬਰ ਤੇ ਉੱਥੇ ਆ ਜਾਓ। ਆਏ ਦੇਖਿਆ ਵੀ ਇੱਕ ਮੇਰੇ ਨਾਲ ਹੋਰ ਗੱਡੀ ਆਈ ਸੀ, 2 ਕਾਰਾਂ ਆਈਆਂ ਸੀ। ਜਿੱਥੋਂ ਇਹ ਕੰਮ ਸ਼ੁਰੂ ਹੋਇਆ ਮੇਰੇ ਮਨ 'ਚ ਇਹਦੇ ਨਾਲ ਜੁੜਨ ਦੀ ਭਾਵਨਾ ਬਣੀ। ਉਹ ਮੁੰਡੇ ਨੂੰ ਮੈਂ ਪੁੱਛਿਆ ਵੀ ਥਾਂ ਹੈਗਾ ਪੈਣ ਨੂੰ, ਕਹਿੰਦੇ ਬਾਈ ਅਸੀਂ ਤਾਂ ਯਾਰ ਪਕੌੜਾ ਚੌਂਕ ਤੇ ਆ ਗਏ ਪੁੱਠੇ, ਤਾਂ ਆਪਣੇ ਪਿੰਡ ਵਾਲੇ ਕਹਿੰਦੇ ਵੀ ਅਸੀਂ ਤਾਂ ਬੰਦੇ ਪੂਰਿਆਂ ਥਾਂ ਹੈ ਨਹੀਂਗਾ।
ਫਿਰ ਮੈਂ ਚਲੋ ਦੂਜੇ ਦਿਨ ਆਇਆ, ਆ ਕੇ ਸਰਪੰਚ ਸਾਹਿਬ ਨੂੰ ਮਿਲੇ, ਅਸੀਂ ਆ ਕੇ ਮਿਲ ਕੇ ਤੇ ਵੇਖਿਆ ਇਹਨਾਂ ਦਾ ਸਿਸਟਮ, ਦੇਖਿਆ ਆਪਦਾ, ਦੇਖਿਆ ਸਾਡੇ ਵਾਲੇ ਅਰਥ ਨੇ ਅੱਡ ਰੋਟੀਆਂ ਪਕਾਈ ਜਾਣ, ਇਹ ਅੱਡ ਪਕਾਈ ਜਾਣ। ਫਿਰ ਅਸੀਂ ਸਰਪੰਚ ਸਾਹਿਬ ਕਹਿੰਦੇ ਵੀ ਇਹਨਾਂ ਨੇ ਮੈਨੂੰ ਆਵਾਜ਼ ਮਾਰੀ, ਮੈਂ 2 ਦਿਨ ਰਿਹਾ, ਜਦੋਂ ਮੈਂ ਵੀ ਦੇਖਿਆ, ਇਹ ਕਹਿੰਦੇ ਯਾਰ ਕਿਉਂ ਅੱਡ ਪਕਾਉਣੇ, ਆਪਾਂ ਇਕੱਠੀਆਂ ਹੀ ਪਕਾ ਲਈਏ। ਇਹ ਸ਼ੁਰੂ ਤੋਂ 10-20 ਬੰਦਿਆਂ ਦਾ ਪਹਿਲੇ ਦਿਨ ਤੋਂ ਵੀ ਲੰਗਰ ਬਣਾਉਂਦੇ ਹੀ ਸੀ, 20-50 ਬੰਦਿਆਂ ਦਾ 100 ਦਾ ਪਹਿਲੇ ਦਿਨ ਤੋਂ ਹੀ, ਚਾਹੇ ਇਹਨਾਂ ਕੋਲ ਕੁਝ ਵੀ ਨਹੀਂ ਸੀ, ਭਾਂਡਾ ਟਿੰਡਾ ਉਹਦੇ ਤੋਂ ਸ਼ੁਰੂ ਕੀਤਾ ਇਹਨਾਂ ਨੇ। ਜਿੱਦਾਂ ਹੌਲੀ ਹੌਲੀ ਇਹਨਾਂ ਦੇ ਨਾਲ ਫਿਰ ਇਹਨਾਂ ਨੇ ਤੋਰਿਆ ਸਾਨੂੰ, ਅਸੀਂ ਇਹਨਾਂ ਦੇ ਮਗਰ ਲੱਗ ਲਏ, ਇਹ ਮੂਰੇ ਹੋ ਲਏ, ਅਸੀਂ ਤੁਰੇ ਗਏ ਤੇ ਬਸ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰਾ ਕੁਝ ਵਧੀ ਗਿਆ। ਫਿਰ ਜਿੱਦਾਂ ਸਰਪੰਚ ਸਾਹਿਬ ਸਾਨੂੰ ਕਹਿੰਦੇ ਆ ਵੀ ਆਹ ਕਰਨਾ, ਅਸੀਂ ਕਹਿੰਦੇ ਵੀ ਆ ਜਾਓ ਗਾਂ, ਸਾਡੇ ਬੱਚੇ ਆ ਛੋਟੇ, ਮੇਰੇ ਤੋਂ ਮੇਰੇ ਛੋਟੇ ਭਰਾ ਜਿਹੜੇ ਨਾਲ ਆਏ ਹੋਏ ਆ ਬੱਚੇ, ਮੈਨੂੰ ਇਹ ਹੈ ਵੀ ਇਹਨਾਂ ਨੇ ਇੰਨੀ ਵਧੀਆ ਚੀਜ਼ ਸਾਨੂੰ ਸਿਖਾਈ ਵੀ ਇਹ ਚੀਜ਼ ਮੈਂ ਇੱਥੋਂ ਇਕੱਠੀ ਕਰਕੇ ਮੇਰੇ ਪਿੰਡ ਲੈ ਕੇ ਜਾਵਾਂ, ਮੇਰੇ ਪਿੰਡ ਦੇ ਬੰਦੇ, ਮੇਰੇ ਪਿੰਡ ਦੇ ਬੱਚੇ ਇੱਥੋਂ ਕੁਝ ਚੰਗਾ ਸਿੱਖ ਕੇ ਜਾਣ ਇਹਨਾਂ ਤੋਂ ਕਿ ਇਹ ਕਰਨਾ ਹੈ। ਪਹਿਲਾਂ ਥੋੜਾ ਜਿਹਾ ਸਾਡਾ ਪਿੰਡ ਆਏ ਸੀ, ਲੋਕ ਕਹਿੰਦੇ ਭੁੱਖਿਆਂ ਵਾਲੀ ਬੈਲੀ ਪਿੰਡ ਪੁਰਾਣਾ, ਉਸ ਹਿਸਾਬ ਨਾਲ ਮਸ਼ਹੂਰ ਸੀ, ਬੈਲੀ ਇਹ ਆਏ ਆ। ਮੈਂ ਉਹ ਚੀਜ਼ ਤੋਂ ਮੇਰੇ ਬੱਚਿਆਂ ਨੂੰ ਬਚਾਉਣ ਖਾਤਰ ਵੀ ਮੇਰੇ ਬੱਚੇ ਸੇਵਾ ਭਾਵ ਆਵੇ ਉਹਨਾਂ 'ਚ, ਸਾਰਾ ਦਿਨ ਉਹਨਾਂ ਨੂੰ ਇਹਦਾ ਕਰਕੇ ਪ੍ਰੇਰਿਤ ਕਰਦਾ ਵੀ ਉਹ ਸਾਰੇ ਬੱਚੇ ਇੱਧਰ ਪ੍ਰੇਰਿਤ ਹੋਣ ਬਾਈ ਜੀ। ਬਸ ਉਵੇਂ ਹੀ ਜਿਵੇਂ ਅਸੀਂ ਕਹਿੰਦੇ, ਫਿਰ ਸਾਡੀ ਟੀਮ ਬਣ ਗਈ ਤੇ ਅਸੀਂ ਮੰਨ ਲਓ ਬਸ ਐਂ ਕਰਦੇ ਸਾਰਾ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੋ ਗਿਆ। ਮੰਨ ਲਓ ਸਾਰਾ ਜਿੰਨਾ ਹੁੰਦਾ, ਕੋਈ ਸਹਿਯੋਗ, ਕੋਈ ਮਿੱਤਰ ਆ ਜਾਂਦੇ ਆ, ਭਰਾ ਆ ਜਾਂਦੇ ਆ, ਕੋਈ ਉਹਨਾਂ ਹੋ ਹੀ ਜਾਂਦਾ ਜੀ। ਬਗੀਚੀ ਨੂੰ ਅੱਗੇ ਹੋਰ ਕਿੰਨਾ ਵਧਾਉਣਾ, ਜਿੱਦਾਂ ਸਰਪੰਚ ਸਾਹਿਬ ਦੱਸ ਰਹੇ ਸੀਗੇ, ਹਜੇ ਤਾਂ ਹੋਰ ਤਸਵੀਰ ਹਜੇ ਚੇਂਜ ਕਰਨੀ ਹੈ ਤਸਵੀਰ। ਹਾਂ, ਉਹ ਸਰਪੰਚ ਸਾਹਿਬ ਦਾ ਪਲਾਨ ਤਾਂ ਬਹੁਤ ਵੱਡਾ ਸੀਗਾ, ਖੈਰ ਸਾਡਾ ਜਿਵੇਂ ਅਸੀਂ ਸੋਚਿਆ ਸੀ ਦੋਨੇ ਭਰਾਵਾਂ ਨੇ। ਉਹ ਕੀ ਹੋਇਆ ਨਾ ਵੀ ਅਸੀਂ ਸਾਰਾ ਇਹ ਸਾਫ਼ ਕਰ ਲਿਆ ਰਾਤ ਨੂੰ, ਇੱਥੇ ਗੰਦ ਬਹੁਤ ਜ਼ਿਆਦਾ ਸੀਗਾ ਤੇ ਸਾਫ਼ ਕਰ ਲਿਆ। ਤੇ ਕੀ ਹੋਇਆ, 26 ਜਨਵਰੀ ਦਾ ਆਪਣਾ ਪ੍ਰੋਗਰਾਮ ਸੀ, ਅਸੀਂ ਟੂਰਨਾਮੈਂਟ ਕਰਵਾਉਣਾ ਸੀ ਤੇ ਵਾਲੀਬਾਲ ਦਾ ਗਰਾਊਂਡ ਵੀ ਬਣਾ ਲਿਆ ਸੀ। ਤੇ ਅਸੀਂ ਰਾਤ ਨੂੰ 3 ਵਜੇ ਸਫਾਈ ਕਰਕੇ ਸੁੱਤੇ, 6 ਵਜੇ ਨੂੰ ਆ ਕੇ ਇਹ ਕੱਲ ਟਰਾਲੀਆਂ ਲੱਗ ਗਈਆਂ, ਜਗ੍ਹਾ ਰੁਕ ਗਈ, ਜਾਣੀ ਕਿ ਉਹ ਸਾਡਾ ਵਿੱਚ ਫਿਰ ਅਸੀਂ ਪੈਂਡਿੰਗ ਕਰਤਾ। ਇਹ ਪਲਾਨ ਤਾਂ ਸਾਡਾ ਜੀ ਆਇਆ ਵੀ ਜਿਹੜਾ ਮਗਰ ਥਾਂ ਹੈਗਾ, ਮੰਨ ਲਓ ਆ ਸਾਰਾ ਪਿਆ ਹੈਗਾ ਵੀ ਇੱਥੇ ਸਾਰੇ ਜੀ ਚਾਰੇ ਪਾਸੇ ਹਰਿਆਲੀ ਹੋਵੇ। ਮੰਨ ਲਓ ਜਿਵੇਂ ਆਪਣੇ ਹੈਜ ਹੁੰਦੀ ਹੈ, ਇੱਕ ਹੈਜ ਦੀ ਲਾਈਨ ਹੁੰਦੀ ਆ, ਹੋਰ ਹੁੰਦੀ ਹੈ, ਹੋਰ ਹਰੇਕ ਚੀਜ਼ ਹੋਵੇ, ਹਰੇਕ ਸੁਵਿਧਾ ਹੋਵੇ, ਹਰੇਕ ਦੇ ਬੰਦੇ ਦੇ ਜਿਹੜੇ ਟੈਂਟ ਹੈ ਪਊਆ, ਇੱਥੇ ਹੋਰ ਛੋਟਾ ਟੈਂਟ ਹੈ, ਉਹਦੇ ਸਰਾਣੇ ਚਾਰਜਰ ਲੱਗਿਆ ਹੋਵੇ, ਕਿਉਂ ਇਹ ਫੋਨ ਬੰਦੇ ਦੀ ਜਾਨ ਬਣ ਗਿਆ। ਜੇ ਫੋਨ ਦੀ ਬੈਟਰੀ ਲੋ ਤਾਂ ਬੰਦੇ ਦਾ ਮਨ ਉਦਾਸ ਹੋ ਜਾਂਦਾ ਵੀ ਉਹਦਾ ਮਨ ਉਦਾਸ ਨਾ ਹੋਵੇ। ਅਸੀਂ ਚਾਰਜਰ ਵੀ ਤੰਬੂ 'ਚ ਸਰਾਣੇ ਲਾਉਣ ਦੀ ਕੋਸ਼ਿਸ਼ ਹਰੇਕ ਚੀਜ਼ ਦੀ ਆਪਦੇ ਵੱਲੋਂ ਪੂਰਾ ਮੰਨ ਲਓ ਉਹ ਕਰਦੇ ਹਾਂ। ਤੇ ਬਾਕੀ ਜਿਵੇਂ ਸਰਪੰਚ ਸਾਹਿਬ ਕਹਿੰਦੇ ਕੋਈ ਵੀ ਗੱਲ ਵੀ ਸਾਡਾ ਭਾਵ ਪਹਿਲਾਂ ਮੰਨ ਲਓ ਜਿਵੇਂ ਆਪਾਂ ਕਹਿੰਦੇ ਆ ਗਾਣਿਆਂ ਦਾ ਕਲਚਰ, ਕੋਈ ਵੀ ਕਲਚਰ ਹੈ, ਉਹ ਸਾਡਾ ਤਾਂ ਬਾਈ ਜੀ ਨੂੰ ਦੇਖ ਕੇ, ਸੰਤ ਬਾਬਾ ਗੁਲਾਬ ਸਿੰਘ ਜੀ ਦੇ ਉਹਨਾਂ ਦੀਆਂ ਗੱਲਾਂ ਸੁਣ ਕੇ ਵੀ ਉਹਨਾਂ ਨੇ ਜਦੋਂ ਪਹਿਲੀ ਵਾਰ ਇਹ ਸੇਵਾ ਹੋਈ ਸੀ ਹਰਿਮੰਦਰ ਸਾਹਿਬ ਵੀ ਕਾਰ ਸੇਵਾ ਹੋਈ ਸੀ, ਆਪਣੀ ਸਫਾਈ ਹੋਈ ਸੀ, ਉਹਦਾ 1927 ਦੇ ਵਿੱਚ ਪਹਿਲੀ ਕਾਰ ਸੇਵਾ ਉਦੋਂ ਉਹਨਾਂ ਨੇ ਕੀਤੀ ਸੀ, ਉਹਨਾਂ ਨੇ ਟੱਕ ਲਾਇਆ ਸੀ ਇਸ ਚੀਜ਼ ਨੇ ਜੀ। ਜਦੋਂ ਉੱਥੇ ਆਪਣਾ ਦਰਬਾਰ ਸਾਹਿਬ ਆਪਣਾ ਕਾਰ ਸੇਵਾ ਸਰੋਵਰ ਦੀ ਸ਼ੁਰੂ ਹੋਈ ਜੀ, ਤਾਂ ਉੱਥੇ ਜਿਵੇਂ ਵੀ ਪੂਰਨ ਪੁਰਸ਼ ਜਿਹੜੇ ਆਪਣੇ ਸਾਬਤ ਸੂਰਤ ਬੇਨਤੀ ਕੀਤੀ ਵੀ ਉਹ ਆਪਣਾ ਆਪਦੇ ਅੱਗੇ ਆਉਣ ਜੀ। ਫਿਰ ਸੰਤ ਬਾਬਾ ਗੁਲਾਬ ਸਿੰਘ ਜੀ ਉਹ 5 ਪਿਆਰੇ ਜਿਹੜੇ ਉਸ ਸੀਗੇ ਉਸ ਸਮੇਂ ਦੇ ਜੀ, ਉਹਨਾਂ 'ਚ ਸਾਡੇ ਨਗਰ ਦਾ ਜਾਨੀ ਸੰਤ ਬਾਬਾ ਗੁਲਾਬ ਸਿੰਘ ਜੀ ਹਾਜ਼ਰ ਸੀ। ਉਹ ਜਾਨੀ ਸਾਨੂੰ ਅਸੀਂ ਕਰਮਾਂ ਵਾਲੇ ਆ, ਭਾਗਾਂ ਵਾਲੇ ਆ ਵੀ ਅਸੀਂ ਉਸ ਨਗਰ ਨੂੰ ਬਿਲੋਂਗ ਕਰਦੇ ਜਿੱਥੋਂ ਦੇ ਸੰਤ ਬਾਬਾ ਗੁਲਾਬ ਸਿੰਘ ਜੀ ਸੀ। ਉਹ ਸੰਤ ਬਾਬਾ ਗੁਲਾਬ ਸਿੰਘ ਜੀ ਦੇ ਮੰਨ ਲਓ ਉਹਨਾਂ ਦੀਆਂ ਗੱਲਾਂ ਨੂੰ ਦੇਖ ਕੇ ਉਹ ਚੀਜ਼ ਤੋਂ ਵੀ ਅਸੀਂ ਪ੍ਰਭਾਵਿਤ ਹੋ ਗਏ। ਹੋਰ 4-5 ਪਿੰਡਾਂ ਵਾਲੇ ਵੀਰ ਆ ਬਾਈ ਹੋਰੀ ਆਏ ਹੋਏ ਆ, ਹੋਰ ਹੈ ਵੀ ਸਾਰੇ ਉਹ ਚੀਜ਼ ਨਾਲ ਪ੍ਰਭਾਵਿਤ ਹੋ ਗਏ। ਮੰਨ ਲਓ ਵੀ ਹਾਂ ਯਾਰ ਇਹ ਵੀ ਕੋਈ ਲੋਕ ਹੈ ਵੀ ਮੰਨ ਲਓ ਇਹਨਾਂ 'ਚ ਇੰਨਾ ਭਾਵ ਹੈ, ਇਸ ਪਿੰਡ ਵਾਲਿਆਂ 'ਚ ਹੋਰ ਹੈ ਵੀ ਅਸੀਂ ਵੀ ਇਹਨਾਂ ਨੂੰ ਦੇਖ ਕੇ ਚੇਂਜ ਹੋਏ ਆ। ਮੰਨ ਲਓ ਵੀ ਇਹ ਗੱਲ ਹੈਗੀ। ਅੱਛਾ, ਫਿਰ ਜਦੋਂ ਆਪਾਂ ਜਿੱਤ ਕੇ ਇੱਥੋਂ ਜਾਵਾਂਗੇ ਤਾਂ ਫਿਰ ਇਹ ਬਗੀਚੀ ਕਿਹਨੂੰ ਸੌਂਪ ਕੇ ਜਾਓਗੇ? ਫਿਰ ਉਦੋਂ ਬਾਅਦ ਤਾਂ ਐਂ ਤਾਂ ਹੈ ਨਹੀਂ ਵੀ ਚਲੋ ਇਹਨੂੰ ਐਂ ਛੱਡ ਕੇ ਵਗ ਜਾਵਾਂਗੇ, ਦਿਲ ਤਾਂ ਕਰਨਾ ਨਹੀਂ। ਜਦੋਂ ਆਪਦੀ ਮਿਹਨਤ ਲੱਗੀ ਇੰਨੇ ਦਿਨ ਹੋ ਗਏ ਇਹਦੇ 'ਚ ਹੈ ਨਾ, ਤਾਂ ਫਿਰ ਉਦੋਂ ਫਿਰ ਕਿਹਨੂੰ ਸੌਂਪ ਕੇ ਜਾਓਗੇ? ਸੱਚ ਜਿਹੜਾ ਅਸਲ ਨਾ ਜੀ ਆਪਣੇ ਇੱਥੇ ਜਿਹੜਾ ਆਪਣਾ ਤਿਆਗ ਜਿਹੜਾ ਸ਼ਬਦ ਹੈ ਜੀ, ਇਹਦਾ ਬੜਾ ਮਾਇਨਾ ਹੈ ਜੀ। ਜਦੋਂ ਤੁਸੀਂ ਜਿਹੜੀ ਚੀਜ਼ ਤੁਸੀਂ ਬਣਾਈ ਹੈ ਤੇ ਇਹਦੇ ਨਾਲ ਜਦੋਂ ਮੋਹ ਪਾ ਲੈਂਦੇ ਨੇ ਤੇ ਦੁੱਖ ਮਿਲਦਾ ਜੀ। ਤੇ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਵੀ ਇਹ ਆਪਾਂ ਬਣਾ ਚੱਲੇ ਆ ਤੇ ਜਿਵੇਂ ਵੀ ਸਮਾਂ ਬਣੂਗਾ, ਜੇ ਹਾਲਾਤ ਹੋਣਗੇ ਉਹੋ ਜਿਹਾ ਡਿਸੀਜਨ ਹੋ ਜਾਊਗਾ, ਪਰ ਇਹਨੂੰ ਅਸੀਂ ਯਾਦ ਤੌਰ ਤੇ ਛੱਡ ਕੇ ਜਾਵਾਂਗੇ ਵੀ ਭਾਈ ਜਦੋਂ ਵੀ ਕਿਤੇ ਆਉਣ ਵਾਲੇ ਸਮਿਆਂ 'ਚ ਕੋਈ ਦੇਖੂਗਾ। ਜੇ ਇਹ ਰਿਹਾ ਹੈ ਤਾਂ ਵੈਸੇ ਤਾਂ ਇਹ ਜ਼ਮੀਨਾਂ ਸਰਕਾਰ ਦੀਆਂ, ਉਹਨਾਂ ਨੇ ਆਪਦੇ ਹਿਸਾਬ ਨਾਲ ਇੱਥੇ ਢਾਂਚੇ ਖੜੇ ਕਰਨੇ ਆ ਜੀ, ਪਰ ਅਸੀਂ ਆਪਦਾ ਜ਼ਰੂਰ ਇੱਥੇ ਆਪਦਾ ਨਿਸ਼ਾਨ ਜਿਹਾ ਲਾ ਕੇ ਜਾਵਾਂਗੇ ਵੀ ਆਉਣ ਵਾਲੀਆਂ ਨਸਲਾਂ ਨੂੰ ਪਤਾ ਹੋਵੇ ਵੀ ਸਾਡੇ ਨਗਰਾਂ ਵੱਲੋਂ ਜਿਹੜੇ ਆ ਯੋਗਦਾਨ ਪਾਏ ਗਏ ਆ ਇਸ ਕਿਸਾਨ ਮੋਰਚੇ 'ਚ। ਅੱਛਾ, ਇਕੱਠ ਕਿੰਨਾ ਕੁ ਰਹਿੰਦਾ ਆਉਣ ਜਾਣ 'ਚ? ਹੁਣ ਜਿਵੇਂ ਅਸੀਂ ਖੜੇ ਸੀ ਪਹਿਲਾਂ, ਕਦੇ ਬਾਂਹ ਫੜ ਕੇ ਕੋਈ ਲੈ ਗਿਆ, ਕਦੇ ਕੋਈ ਲੈ ਗਿਆ। ਇੱਕ ਤਾਂ ਸਾਊ ਸਰਪੰਚ ਸਾਊ ਵਾਲਾ ਸਾਡਾ ਹੈ ਨਾ, ਤੇ ਇਕੱਠ ਕਿੰਨਾ ਕੁ ਰਹਿੰਦਾ ਇੱਥੇ?
ਰੋਜ਼ਾਨਾ ਦਾ ਇਕੱਠ ਬਹੁਤ ਰਹਿੰਦਾ ਜੀ ਤੇ ਇੱਕ ਜਿਹੜੀ ਤੁਹਾਡੀ ਸਾਊ ਵਾਲੀ ਗੱਲ ਹੈ ਨਾ ਜੀ, ਇਹ ਗੱਲ ਮੈਂ ਕਲੀਅਰ ਕਰਨਾ ਚਾਹੁੰਦਾ ਕਲਯੁੱਗ ਦਾ ਜਿਹੜਾ ਦੌਰ ਹੈ ਨਾ ਜੀ, ਇੱਥੇ ਸ਼ਰੀਫ ਬੰਦਿਆਂ ਨੂੰ ਮੂਰਖ ਸਮਝਿਆ ਜਾਂਦਾ। ਸ਼ਰੀਫ ਹੋਣਾ ਅੱਜ ਦੇ ਯੁੱਗ 'ਚ ਗੁਨਾਹ ਹੋ ਗਿਆ। ਪਰ ਮੈਂ ਚਾਹੂੰਗਾ ਵੀ ਬੰਦੇ ਨੂੰ ਜਿਵੇਂ ਬਿੱਛੂ ਆ ਜਿਹੜਾ ਆਪਦਾ ਡੰਗ ਮਾਰਨਾ ਨਹੀਂ ਛੱਡਦਾ, ਤੇ ਜਿਹੜਾ ਚੰਗਾ ਬੰਦਾ ਉਹਨੂੰ ਆਪਦੀ ਚੰਗਿਆਈ ਨਹੀਂ ਛੱਡਣੀ ਚਾਹੀਦੀ। ਚਾਹੇ ਹੋ ਸਕਦਾ ਔਕੜ ਆਉਣ, ਦੁੱਖ ਤਕਲੀਫਾਂ ਆਉਣ, ਆਪਦਾ ਨਿਯਮ ਤੇ ਮਰਜ਼ਾਦਾ ਬਣਾ ਕੇ ਰੱਖਣਾ ਚਾਹੀਦਾ। ਫਿਰ ਉਹ ਹੌਲੀ ਹੌਲੀ ਉਹ ਮੌਕੜਾਂ ਹੌਲੀ ਹੌਲੀ ਦੂਰ ਹੋ ਜਾਂਦੀਆਂ ਜੀ। ਆਪਦਾ ਨਿਯਮ ਨਹੀਂ ਛੱਡਣਾ ਚਾਹੀਦਾ। ਸਾਥ ਬਾਈ ਜੀ ਇੱਕ ਵਾਰੀ ਜਾਂਦੇ ਜਾਂਦੇ ਜ਼ਰੂਰ ਦੱਸ ਦਿਓ ਕਿਹੜੇ ਕਿਹੜੇ ਪਿੰਡਾਂ ਨੇ ਜਿਹੜਾ ਇਕੱਠੇ ਹੋ ਕੇ ਇਹ ਜਿਹੜੇ ਕਾਰਜ ਨੂੰ ਪੂਰਾ ਕੀਤਾ, ਕਿਹੜੇ ਕਿਹੜੇ ਪਿੰਡ ਇਕੱਠੇ? ਜਿਹੜੇ ਇੱਥੇ ਹਾਜ਼ਰ ਪਿੰਡ ਹੈਗੇ ਆ ਜੀ, ਆਪਣੇ ਭਗਵਾਨਗੜ੍ਹ ਭੁੱਖੇ ਵਾਲੀ ਪਿੰਡ ਆ ਜੀ, ਫਿਰੋਜ਼ਪੁਰ ਤੋਂ ਆ ਮੇਰੇ ਵੀਰ ਆ, ਆਪਣੇ ਤੁਹਾਨੂੰ ਮੈਂ ਪਹਿਲਾਂ ਹੀ ਦੱਸਿਆ ਆਪਣਾ ਮੁਕਤਸਰ ਤੋਂ ਮੇਰੇ ਵੀਰ ਹੈਗੇ ਆ ਜੀ, ਆਪਣੇ ਗੁਰਸੰਤ ਹੋਣੀ, ਤੇ ਆਨੰਦਗੜ੍ਹ ਤੋਂ ਆ ਵੀਰ, ਸਾਰੇ ਜਿੰਨੇ ਵੀ ਨੇੜੇ ਤੇੜੇ ਦੇ ਵੀਰ ਹੈਗੇ ਆ ਵੀਰ, ਉਹਨਾਂ ਦਾ ਪਿੰਡ ਕੱਟਿਆਂ ਵਾਲੀ, ਬਹੁਤ ਪਿੰਡ ਬਹੁਤ ਜ਼ਿਆਦੇ ਆ, ਤੇ ਸਾਰਿਆਂ ਨਾਲ ਉਦੈ ਕਰਨ ਹੋ ਗਿਆ ਜੀ। ਸਾਰਿਆਂ ਦਾ ਬੜਾ ਸਾਥ ਰਿਹਾ, ਇੰਨਾ ਪਿਆਰ ਮਿਲਿਆ ਨਾ ਜੀ ਮੈਨੂੰ, ਸੱਚ ਜਾਣੋ ਵੀ ਬਸ ਆਪਦਾ ਪਿੰਡ ਹੀ ਲੱਗਦਾ ਵੀ ਇਹ ਪਿੰਡ ਹੀ ਬਣ ਗਿਆ ਸਾਡਾ। ਅਸੀਂ ਵੀ ਕਦੇ ਸੋਚਿਆ ਨਹੀਂ ਸੀ ਵੀ ਸਾਡੇ ਇੱਥੇ ਆਹ ਰਿਸ਼ਤੇ ਬਣ ਜਾਣਗੇ। ਅਸੀਂ ਦੇਖੋ ਜੇ ਮੋਦੀ ਦਾ ਬੇੜਾ ਨਾ ਬਹਿੰਦਾ ਅਸੀਂ ਮਿਲਣਾ ਸੀ ਕਦੇ ਆਹ ਰੂਹਾਂ ਨੂੰ, ਇਕੱਠੇ ਨਹੀਂ ਹੋਣਾ ਕਦੇ, ਅਸੀਂ ਚੇਂਜ ਹੋਣਾ ਸੀ ਉੱਥੇ। ਉਹਦੇ ਕਿਹਨੂੰ ਕਿਹੜੇ ਮੰਨ ਲਓ ਆਪਾਂ ਹੋਰ ਹੀ ਚੱਕਰਾਂ 'ਚ ਪਏ ਸੀ, ਇਹਨਾਂ ਨੇ ਸਾਨੂੰ ਚੰਗੇ ਰਾਹ ਪਾਇਆ, ਇਹਨਾਂ ਤੋਂ ਅਸੀਂ ਪ੍ਰਭਾਵਿਤ ਹੋਏ। ਠੀਕ ਆ, ਆਹ ਭਰਾਵਾਂ ਨੇ ਸਾਨੂੰ ਕਿੱਦੇ ਮਿਲਣਾ, ਇਹਨਾਂ ਦਾ ਪਿੰਡ ਉਦੈ ਕਰਨ ਪਿੰਡ ਹੈ। ਅਸੀਂ ਕਦੋਂ ਸੁਣਨਾ ਸੀ ਵੀ ਉਦੈ ਕਰਨਾ ਕਿੱਥੇ ਘੋਲੀਆ ਕਿੱਥੇ ਭੁੱਖਿਆਂ ਵਾਲੀ, ਅਸੀਂ ਕਦੋਂ ਮਿਲਣਾ ਸੀ। ਇਹ ਸਾਡੇ ਇੱਕ ਰਿਸ਼ਤੇ ਬਣ ਗਏ ਜੋ ਕਿ ਸਾਡੇ ਸ਼ਾਇਦ ਇੱਕ ਦੂਜੇ ਤੋਂ ਇਹ ਦੁਨੀਆ ਤੋਂ ਜਾਣ ਤੱਕ ਕਾਇਮ ਰਹਿਣਗੇ। ਮੇਰਾ ਦਿਲ ਕਹਿੰਦਾ ਇਹ ਗੱਲ ਸੋਚ ਕੇ, ਮੇਰੀਆਂ ਅੱਖਾਂ ਭਰੇ ਹੁੰਦੀਆਂ ਵੀ ਜਿੱਦੇ ਅਸੀਂ ਅੱਡੋ ਅੱਡ ਹੋਵਾਂਗੇ ਵੀ ਸਾਡਾ ਬੜਾ ਪਿਆਰਾ ਹੈ। ਹੁਣ ਫਿਰ ਆਪਾਂ ਦੋ ਪਿੰਡਾਂ ਦੀ ਸਰਪੰਚੀ ਦੇਤੀ ਬਾਈ ਨੂੰ, ਦੋ ਪਿੰਡਾਂ ਹੀ ਦੇਤੀ, ਇੱਕ ਦੀ ਪੰਜਾਬ 'ਚ ਇੱਕ ਦੀ ਦਿੱਲੀ 'ਚ ਦੇਤੀ। ਦਿੱਲੀ 'ਚ ਜੀ, ਹਾਂ ਬਿਲਕੁਲ। ਸਾਡਾ ਪਿੰਡ ਦਾ ਵੀ ਆਇਆ ਕਿ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਏਗੀ, ਮੈਂ ਸੁੱਤਾ ਪਿਆ, ਉਹ ਕਹਿੰਦੇ ਭੁੱਖਿਆਂ ਦਾ ਸਰਪੰਚ ਕੋਈ ਹੈਗਾ, ਤੇ ਇਹ ਕਹਿੰਦੇ ਭੁੱਖਿਆਂ ਦਾ ਸਰਪੰਚ ਤਾਂ ਕੋਈ ਹੈ ਨਹੀਂ ਇੱਥੇ। ਇਹ ਕਹਿੰਦਾ ਕੋਈ ਨਹੀਂ ਮੈਂ ਹੀ ਆ ਭੁੱਖਿਆਂ ਦਾ ਸਰਪੰਚ, ਵੀ ਦੱਸੋ ਕੀ ਕਰਨਾ। ਇਹਨੇ ਉਹ ਮਸਲਾ ਹੱਲ ਕਰਤਾ ਸਾਡਾ। ਬਾਈ ਦੀਆਂ ਅੱਖਾਂ ਨਮ ਹੋ ਗਈਆਂ ਅੱਜ ਗੱਲ ਕਰਕੇ, ਤੇ ਜਦੋਂ ਜਾਣਾ ਮੈਨੂੰ ਲੱਗਦਾ ਉਦੋਂ ਤਾਂ ਵਾਕਿਆ 'ਚ ਹੀ ਧਾਰ ਨਿਕਲ ਜਾਣੀ ਆ। ਨਹੀਂ ਸੋਚ ਕੇ ਨਿਕਲ ਜਾਂਦੀ ਹੈ ਤਾਂ ਵੀ ਅੱਡ ਕਿਵੇਂ ਹੋਵਾਂਗੇ। ਇਹ ਵੀਰ ਨਾਲ ਵੀ ਬਹੁਤ ਇਹਨਾਂ ਦਾ ਬਹੁਤ ਸਹਿਯੋਗ ਆ ਵੀਰ ਹੁਣਾਂ ਦਾ। ਕੱਟਿਆਂ ਵਾਲੀ ਪਿੰਡ ਆ ਜੀ ਸਾਡਾ। ਅਸੀਂ ਤਾਂ ਬਾਈ ਹੋਰਾਂ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਆ। ਪਾਪਾ ਜੀ ਹੋਰਾਂ ਨਾਲ ਵੀ ਗੱਲ ਕਰਾਈ ਇਹਨਾਂ ਦੀ ਵੀ ਇੰਨੇ ਚੰਗੇ ਵੀ ਬੰਦੇ ਹੁੰਦੇ ਆ ਦੁਨੀਆ ਤੇ। ਚਲੋ ਜੀ, ਇਹ ਵਾਹਿਗੁਰੂ ਜੀ ਦੀ ਮਿਹਰ ਹੈ ਜੀ। ਸੱਚੇ ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ, ਕਿਉਂਕਿ ਸਮਾਂ ਤੁਹਾਡਾ ਬੜਾ ਕੀਮਤੀ ਹੈ ਸਰਪੰਚ ਸਾਹਿਬ, ਕਿਉਂਕਿ ਕਦੇ ਕੋਈ ਤੁਹਾਨੂੰ ਲੈ ਗਿਆ, ਕਦੇ ਕੋਈ ਤੁਹਾਨੂੰ ਲੈ ਗਿਆ। ਇੱਕ ਵਾਰੀ ਫਿਰ ਮੈਂ ਸਲਾਮ ਜ਼ਰੂਰ ਤੁਹਾਨੂੰ ਕਹੂੰਗਾ ਪੂਰੀ ਟੀਮ ਨੂੰ, ਜਿਨ੍ਹਾਂ ਨੇ ਵੀ ਤੁਸੀਂ ਇਹ ਚੀਜ਼ ਜਿਹੜੀ ਕੀਤੀ ਹੈ, ਇੱਕ ਬੰਜਰ ਜ਼ਮੀਨ ਨੂੰ ਜਿਹੜਾ ਤੁਸੀਂ ਇੱਕ ਬਗੀਚੀ ਦੇ ਰੂਪ ਦਿੱਤਾ ਆ। ਆਉਣ ਜਾਣ ਵਾਲੇ ਦੇਖ ਕੇ ਜ਼ਰੂਰ ਜਾਂਦੇ ਆ ਕਿ ਇਹ ਫੁਲਵਾੜੀ ਜਿਹੜੀ ਆ ਸਜਾਈ ਕਿਹਨਾਂ ਨੇ, ਫੁਲਵਾੜੀ ਦੇ ਜਨਮਦਾਤਾ ਕੌਣ ਆ। ਤੁਹਾਡਾ ਪਿਆਰ ਸਾਥ ਜਿਹੜਾ ਇਦਾਂ ਹੀ ਬਣਿਆ ਰਹੇ, ਬਗੀਚੀ ਨੂੰ ਹੋਰ ਫੁੱਲ ਲੱਗਣ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮੇਂ ਨਿਕਲੀ ਬਾਈ ਜੀ, ਬਹੁਤ ਕੁਝ ਦੇਈ ਜਾਂਦੇ, ਇਕੱਲੀ ਬਗੀਚੀ ਪਿਆਰ ਭਾਈਚਾਰਕ ਸਾਂਝ। ਬਾਈ ਜੀ ਇਹ ਹਰੇਕ ਚੀਜ਼ ਨਾਲ ਕੁਝ ਵੀ ਨਹੀਂ, ਚਲੋ ਇਹ ਤਾਂ ਦੁਨਿਆਵੀ ਚੀਜ਼ਾਂ ਲਾ ਲਓ ਹਨਾ, ਵੀ ਮੰਨ ਲਾ ਇਹ ਬਗੀਚੀ ਨੇ ਸਾਨੂੰ ਇੰਨਾ ਕੁ ਜੋੜਤਾ ਇੱਕ ਦੂਜੇ ਤੋਂ। ਤੁਹਾਨੂੰ ਮੈਂ ਦੱਸੀ ਜਾਂਦਾ ਵੀ ਸਾਨੂੰ ਲੱਗਦਾ ਜਿੰਨਾ ਚਿਰ ਅਸੀਂ ਦੁਨੀਆ ਤੇ ਰਵਾਂਗੇ ਤੇ ਵੀ ਇੱਕ ਦੂਜੇ ਨੂੰ ਸਾਨੂੰ ਦੂਰ ਰਹਿਣਾ ਬਹੁਤ ਔਖਾ ਹੋ ਜਾਊਗਾ। ਇਹ ਤੁਸੀਂ ਲਾ ਲਓ ਵੀ ਜੇ ਫੈਸਲਾ ਵੀ ਹੋ ਜੇ ਸਾਨੂੰ ਪਤਾ ਅਸੀਂ ਫੇਰ ਵੀ 10 ਦਿਨ ਨਹੀਂ ਜਾਂਦੇ ਇੱਥੋਂ। ਬਾਈ ਜੀ ਸਾਡੇ ਨਾਲ ਤੁਰੇ ਨਹੀਂ ਜਾਣਾ ਆਪਾਂ ਉਹਦੇ ਪਿੰਡਾਂ ਵਿੱਚ। ਬਾਈ ਜੀ ਸਰਪੰਚੀ ਤੱਕ ਸੀਮਤ ਨਹੀਂ ਰਹਿੰਦੇ, ਬਹੁਤ ਅੱਗੇ ਲੈ ਕੇ ਜਾਵਾਂਗੇ ਜੀ। ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ। ਸੋ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾਈ ਆ, ਇਹ ਤਸਵੀਰ ਸਿਰਫ ਇੱਕ ਬਗੀਚੀ ਦੀ ਨਹੀਂ ਸੀ, ਇਹ ਤਸਵੀਰ ਭਾਈਚਾਰਕ ਸਾਂਝ ਦੀ ਆ। ਕਿੰਨੇ ਪਿੰਡ ਬਾਈ ਜੀ ਹੋਰਾਂ ਨੇ ਦੱਸਿਆ ਇਕੱਠੇ ਹੋ ਕੇ ਇਸ ਜ਼ਮੀਨ ਦੇ ਉੱਤੇ ਜਿਹੜੀ ਆ ਇੱਕ ਫੁਲਵਾੜੀ ਬਣਾਈ ਆ। ਉਸ ਫੁਲਵਾੜੀ ਦੇ ਵਿੱਚ ਸਿਰਫ ਇਹ ਫੁੱਲ ਨਹੀਂ, ਉਸ ਫੁਲਵਾੜੀ ਦੇ ਵਿੱਚ ਪਿਆਰ ਦੇ ਫੁੱਲ ਆ, ਭਰਾਵਾਂ ਦੇ ਪਿਆਰ ਦੇ ਫੁੱਲ ਆ। ਜਦੋਂ ਬਾਈ ਜੀ ਨਾਲ ਗੱਲਬਾਤ ਕੀਤੀ ਕਿ ਜੇਕਰ ਅਲੱਗ ਹੋਣ ਦੀ ਗੱਲ ਹੋਈ ਆ ਤਾਂ ਬਾਈ ਦੀਆਂ ਅੱਖਾਂ ਨਮ ਹੋ ਗਈਆਂ। ਸੋਚ ਕੇ ਦੇਖੋ ਜਦੋਂ ਸਾਡੇ ਭਰਾ ਇੱਥੋਂ ਵਾਕਿਆ ਦੇ ਵਿੱਚ ਜਿੱਤ ਕੇ ਜਾਣਗੇ, ਜਿੱਤ ਦਾ ਝੰਡਾ ਦਿੱਲੀ ਦੀ ਹਿੱਕ ਤੇ ਗੱਡ ਕੇ ਜਾਣਗੇ, ਤਾਂ ਉਦੋਂ ਇਹਨਾਂ ਦਾ ਹਾਲ ਕੀ ਹੋਣਾ, ਧਾਰ ਨਿਕਲ ਜਾਣੀਆਂ। ਸੋ ਚਾਹੇ ਇਸ ਸੰਘਰਸ਼ ਨੇ, ਚਾਹੇ ਸੰਘਰਸ਼ ਕਾਲੇ ਕਾਨੂੰਨਾਂ ਕਰਕੇ ਅਸੀਂ ਇਕੱਠੇ ਹੋਏ ਹਾਂ, ਪਰ ਸੰਘਰਸ਼ ਸਾਨੂੰ ਦੇ ਬਹੁਤ ਕੁਝ ਚੱਲਿਆ। ਸਾਨੂੰ ਭਾਈਚਾਰਕ ਸਾਂਝ ਜਿਹੜੀ ਬਣਾਤੀ ਉਹ ਸ਼ਾਇਦ ਸਾਡੇ ਪੱਲੇ ਨਾ ਆਉਂਦੀ ਜੇ ਇਹ ਸੰਘਰਸ਼ ਨਾ ਹੁੰਦਾ। ਇੱਦਾਂ ਦੀਆਂ ਗਰਾਊਂਡ ਜ਼ੀਰੋ ਤੋਂ ਰਿਪੋਰਟ ਲੈ ਕੇ, ਇੱਦਾਂ ਦੀਆਂ ਪਿਆਰੀਆਂ ਤੇ ਖੂਬਸੂਰਤ ਤਸਵੀਰਾਂ ਲੈ ਕੇ ਅੱਗੇ ਵੀ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਗਰੇਵਾਲ ਦਿਓ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।